ਸਤਿ ਸ਼੍ਰੀ ਅਕਾਲ ਜੀ। ਤੁਸੀਂ ਦੇਖ ਰਹੇ ਹੋ ਬਾਈ ਜੀ ਟੀਵੀ ਤੇ ਮੈਂ ਜੱਸੀ ਬੜੈਚ। ਦੋਸਤੋ, ਅੱਜ ਤੁਹਾਨੂੰ ਇੱਕ ਬਹੁਤ ਹੀ ਖੂਬਸੂਰਤ ਜਗ੍ਹਾ ਦਿਖਾਉਣ ਜਾ ਰਹੇ ਹਾਂ। ਅਸੀਂ ਵੇਖ ਕੇ ਤੁਹਾਨੂੰ ਲੱਗੂਗਾ ਕਿ ਜਿਵੇਂ ਕਿਤੇ ਯੂਰਪ ਦੇ ਵਿੱਚ ਹੋਈਏ, ਪਰ ਦੱਸ ਦਈਏ ਕਿ ਅਸੀਂ ਯੂਰਪ ਦੇ ਵਿੱਚ ਨਹੀਂ, ਨਿੱਕੇ ਜਿਹੇ ਪਿੰਡ ਧੂਰੀ ਤੇ ਮਲੇਰਕੋਟਲਾ ਦੇ ਵਿਚਕਾਰ ਪੈਂਦਾ ਪਿੰਡ ਲੰਗੜੀਆਂ, ਉਸ ਪਿੰਡ ਦੇ ਵਿੱਚ ਮੌਜੂਦ ਹਾਂ। ਔਰ ਅੱਜ ਦੀ ਜਿਹੜੀ ਮੁਲਾਕਾਤ ਹੈ ਉਹਨਾਂ ਮਿਹਨਤੀ ਸ਼ਖਸ ਦੇ ਨਾਲ ਹੋਊਗੀ ਜਿਨ੍ਹਾਂ ਨੇ ਛੋਟੇ ਜਿਹੇ ਪਿੰਡ ਤੋਂ, ਛੋਟੇ ਸ਼ਹਿਰ ਤੋਂ ਬਹੁਤ ਵੱਡੀਆਂ ਮੱਲਾਂ ਮਾਰੀਆਂ ਔਰ ਬਹੁਤ ਵੱਡੇ ਲੈਵਲ ਦਾ ਜਿਹੜਾ ਫਾਰਮ ਬਣਾਇਆ ਹੈ। ਅੱਜ ਉਹਨਾਂ ਨਾਲ ਮੁਲਾਕਾਤ ਕਰਨ ਜਾ ਰਹੇ ਹਾਂ ਅਸੀਂ। ਜੀ ਹਾਂ, ਅਸੀਂ ਇਸ ਵਕਤ ਮੌਜੂਦ ਹਾਂ ਧੂਰੀ ਦੇ ਪਿੰਡ ਲੰਗੜੀਆਂ ਵਿਊਸਕੈਪ ਫਾਰਮ ਦੇ ਵਿੱਚ। ਮੈਂ ਕਹੂੰਗਾ ਕਿ ਕੈਮਰਾਮੈਨ ਨੂੰ ਜ਼ਰੂਰ ਉਹ ਲੋਗੋ ਦਿਖਾਇਆ ਜਾਵੇ। ਅਸੀਂ ਅੱਜ ਉੱਥੇ ਮੌਜੂਦ ਹਾਂ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਢੀਂਡਸਾ ਸਾਹਿਬ, ਉਹਨਾਂ ਨਾਲ ਮੁਲਾਕਾਤ ਕਰਾਂਗੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਭ ਤੋਂ ਪਹਿਲਾਂ ਦੱਸੋ, ਠੀਕ ਠਾਕ ਹੋ ਕਿੱਦਾਂ? ਹਾਂਜੀ, ਬਿਲਕੁਲ ਠੀਕ ਠਾਕ। ਥੈਂਕ ਯੂ ਜੀ, ਤੁਸੀਂ ਇੱਥੇ ਸਾਡੇ ਫਾਰਮ 'ਤੇ ਆਏ ਹੋ। ਜੀ ਆਇਆਂ ਨੂੰ ਤੁਹਾਡਾ। ਸਭ ਤੋਂ ਪਹਿਲਾਂ ਜੀ, ਮਤਲਬ ਕਿੰਨੇ ਟਾਈਮ ਤੋਂ ਆਪਾਂ ਇਹ ਕਿੱਤੇ ਦੇ ਵਿੱਚ ਜੁੜੇ ਹੋਗੇ? ਇਹ ਜੀ 1985 ਦੇ ਵਿੱਚ ਅਸੀਂ ਫੁੱਲਾਂ ਦੀ ਖੇਤੀ ਸ਼ੁਰੂ ਕੀਤੀ ਸੀਗੀ 3.5 ਏਕੜ ਤੋਂ, ਜਿੱਥੇ ਖੜੇ ਹੋ ਤੁਸੀਂ ਇੱਥੇ ਏਰੀਏ ਦੇ ਵਿੱਚ। ਇਸ ਏਰੀਏ ਦੇ ਵਿੱਚ? ਹਾਂਜੀ ਹਾਂ। ਠੀਕ ਹੈ। ਤੇ ਉਸ ਤੋਂ ਵੱਧਦੇ ਹੁਣ ਅਸੀਂ ਸਾਰੇ ਇੰਡੀਆ ਦੇ ਵਿੱਚ, ਆਲ ਓਵਰ ਇੰਡੀਆ ਦੇ ਵਿੱਚ ਕੋਈ 4-4.5 ਹਜ਼ਾਰ ਏਕੜ ਦੇ ਵਿੱਚ ਖੇਤੀ ਕਰਦੀ ਹੈ ਇਸ। ਠੀਕ ਹੈ ਜੀ। ਤੇ ਅਸੀਂ ਹੁਣ ਫੁੱਲਾਂ ਨਾਲ ਸਬਜ਼ੀਆਂ ਦੇ ਬੀਜਾਂ ਦੀ, ਫੁੱਲਾਂ ਦੇ ਬੀਜਾਂ ਦੀ ਖੇਤੀ ਕਰਦੇ ਹਾਂ। ਤੇ ਸਾਰੇ ਫੁੱਲਾਂ ਦੇ ਬੀਜ ਤੇ ਸਬਜ਼ੀਆਂ ਦੇ ਬੀਜ ਸਾਰੇ ਦੇ ਸਾਰੇ ਟੋਟਲ 100% ਐਕਸਪੋਰਟ ਹੁੰਦੇ ਨੇ। ਬਿਲਕੁਲ ਜੀ, ਬਿਲਕੁਲ। ਇਹ ਇੰਡੀਆ ਦੇ ਵਿੱਚ ਹੀ ਕਰਦੇ ਜਾਂ ਕਿਤੇ ਬਾਹਰ ਵੀ ਆਪਾਂ? ਨਹੀਂ, ਪ੍ਰੋਡਿਊਸ ਇੱਥੇ ਇੰਡੀਆ 'ਚ ਕਰਦੇ ਹਾਂ। ਇੱਥੋਂ ਦੀ ਪ੍ਰੋਡਿਊਸ ਬਾਹਰਲੇ ਕੰਟਰੀਆਂ 'ਚ ਜਾਂਦੀ ਹੈ, ਸਾਰੀ ਦੁਨੀਆ 'ਚ ਜਾਂਦੀ ਹੈ। ਬਿਲਕੁਲ। ਇੱਥੇ ਫੁੱਲਾਂ ਦੇ ਬੀਜ ਔਰ ਹਾਲੈਂਡ ਨੂੰ ਜਾਂਦੇ ਨੇ, ਜਿਵੇਂ ਆਪਾਂ ਉਲਟੇ ਬਾਂਸ ਬਰੇਲੀ ਨੂੰ ਜਾਂਦੇ ਨੇ। ਬਿਲਕੁਲ ਬਿਲਕੁਲ ਜੀ। ਹਾਲੈਂਡ ਨੂੰ ਇੱਥੋਂ ਦੇ ਬੀਜ ਜਾਂਦੇ ਨੇ। ਹਾਲਾਂਕਿ ਸੁਣਿਆ ਇਦਾਂ ਸੀ ਕਿ ਇਹ ਬੀਜ ਬਾਹਰਲਾ, ਹਾਂ ਉੱਥੋਂ ਬਾਹਰਲਾ ਬਾਹਰ ਲਾਉਂਦਾ। ਉਹ ਘੁੰਮ ਕੇ ਕਈ ਵਾਰੀ ਲੋਕ ਇੱਥੇ ਸਾਡੇ ਕੋਲ ਵੀ ਲੈ ਕੇ ਆਉਂਦੇ ਨੇ ਵੀ ਜੀ ਆਹ ਬੀਜ ਲਿਆਂਦੇ ਨੇ ਬਾਹਰੋਂ। ਅਸੀਂ ਜਦੋਂ ਦੇਖਦੇ ਹਾਂ ਹੱਸ ਪੈਂਦੇ ਹਾਂ ਵੀ ਸਾਡੇ ਹੀ ਬੀਜ ਘੁੰਮ ਕੇ ਇੱਧਰ ਨੂੰ ਆ ਗਏ। ਬਿਲਕੁਲ ਜੀ, ਬਹੁਤ ਵੱਖਰੀ ਗੱਲ ਹੈ ਕਿ ਸਾਡੇ ਮਨ 'ਚ ਬੜਾ ਭਰਮ ਭੁਲੇਖਾ ਹੁੰਦਾ ਸੀ ਕਿ ਅਸੀਂ ਕਿਸੇ ਬਹੁਤ ਸੋਹਣੇ ਫੁੱਲ ਨੂੰ ਦੇਖਿਆ ਜਾਵੇ ਤਾਂ ਸਾਡੇ ਮਨ 'ਚ ਜ਼ਰੂਰ ਆਉਂਦਾ ਸੀ ਕਿ ਸ਼ਾਇਦ ਯੂਰਪ ਦੀ ਕੁਆਲਿਟੀ ਹੈ। ਪਰ ਤੁਹਾਨੂੰ ਦੱਸ ਦਈਏ ਕਿ ਇਹ ਜੋ ਬੀਜ ਨੇ ਫੁੱਲਾਂ ਦੇ, ਸਾਰੇ ਇਸ ਫਾਰਮ ਤੋਂ ਹੀ ਤਿਆਰ ਹੁੰਦੇ ਨੇ। ਇਸ ਫਾਰਮ ਵੱਲ ਤੁਸੀਂ ਜ਼ਰੂਰ ਝਾਤੀ ਮਰਵਾਓ। ਇਸੇ ਫਾਰਮ ਤੋਂ ਯੂਰਪ, ਨਿਊਜ਼ੀਲੈਂਡ, ਸਾਰੇ ਮੁਲਕਾਂ ਦੇ ਵਿੱਚ ਇਸੇ ਫਾਰਮ ਤੋਂ ਹੀ ਜੋ ਬੀਜ ਤਿਆਰ ਹੋ ਕੇ ਬਾਹਰਲੀ ਕੰਟਰੀਆਂ ਨੂੰ ਜਾਂਦੇ ਨੇ। ਸੋ ਕਿੱਦਾਂ ਤੁਹਾਡੇ ਜ਼ਿਹਨ 'ਚ ਆਇਆ ਵੀ ਇਸ ਕਿੱਤੇ ਨਾਲ ਹੀ ਜੁੜਿਆ ਜਾਵੇ? ਕਿਉਂਕਿ ਅੱਜ ਕੱਲ੍ਹ ਖੇਤੀ ਆਪਾਂ ਝੋਨੇ ਦੀ ਜਾਂ ਕਣਕ ਦੀ ਹੁੰਦੀ ਹੈ, ਕਿਸੇ ਵੱਖਰੀ ਖੇਤੀ ਤੁਹਾਡੇ ਕਿਵੇਂ ਖਿਆਲ 'ਚ ਆਇਆ? ਇਹ ਜੀ ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਸੀ, ਯੂਨੀਵਰਸਿਟੀ ਦੇ ਵਿੱਚ, ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਤੋਂ ਮੈਂ BSc ਤੇ MSc ਕੀਤੀ। ਸਾਡੇ ਪ੍ਰੋਫੈਸਰ ਸੀਗੇ ਡਾਕਟਰ ਅਜੇਪਾਲ ਸਿੰਘ ਗਿੱਲ। ਉਹ ਇੰਨੇ ਵੱਡੇ ਮੋਟੀਵੇਟਰ ਸੀ। ਉਹ ਕਹਿੰਦੇ ਹੁੰਦੇ ਸੀ ਜਦੋਂ ਪੰਜਾਬ ਦੇ ਫੁੱਲ ਦੁਨੀਆ ਦੀਆਂ ਮੰਡੀਆਂ 'ਚ ਵਿਕਣਗੇ ਜਾ ਕੇ ਤਾਂ ਮੈਂ ਕਹਿ ਦੂੰ ਵੀ ਮੈਂ ਕੁਛ ਕੀਤਾ ਜ਼ਿੰਦਗੀ 'ਚ। ਨਹੀਂ, ਕਹਿੰਦੇ ਬੰਦੇ ਸੁਪਨੇ ਤਾਂ ਬਹੁਤ ਲੈਂਦੇ ਨੇ, ਪਰ ਉਹ ਸਾਨੂੰ ਹਰ ਇੱਕ ਬੰਦੇ ਨੂੰ ਇਕੱਲੇ ਨੂੰ ਕਹਿੰਦੇ ਹੁੰਦੇ ਸੀ ਵੀ ਤੁਸੀਂ ਕਰੋ ਕੋਈ ਨਾ ਕੋਈ, ਜ਼ਮੀਨ ਹੈ ਲਾ ਕੇ ਦੇਖੋ, ਕਰਕੇ ਦੇਖੋ। ਉਹਨਾਂ ਦੀ ਪੁਸ਼ਿੰਗ ਕਰਨ ਨਾਲ, ਉਹਨਾਂ ਦੀ, ਉਹ ਸਾਡੇ ਮੈਂਟਰ ਨੇ ਜਿਨ੍ਹਾਂ ਨੇ ਸਾਨੂੰ ਇਹ ਰਾਹ ਦਿਖਾਇਆ। ਤੇ ਅਸੀਂ ਹੌਲੀ ਹੌਲੀ ਅੱਗੇ ਵੱਧਦੇ ਰਹੇ। ਮਿਹਨਤ ਜਿੱਦ ਪਹਿਲਾਂ ਸ਼ੁਰੂ ਦੇ ਵਿੱਚ ਬੜੀਆਂ ਪ੍ਰੋਬਲਮ ਆਈਆਂ। ਕਦੇ ਹੜ੍ਹ ਆ ਗਏ, 88 ਦੇ ਵਿੱਚ ਹੜ੍ਹ ਆ ਗਏ, 89 ਦੇ ਵਿੱਚ ਫਿਰ ਹੜ੍ਹ ਆ ਗਏ, ਬੜੀਆਂ ਹੀ ਪ੍ਰੋਬਲਮ ਆਈਆਂ। ਪਰ ਹੌਲੀ ਹੌਲੀ ਅਸੀਂ ਲੱਗੇ ਰਹੇ। ਅੱਜ ਸਾਨੂੰ ਦੇਖ ਕੇ ਹੋਰ ਵੀ ਪੰਜਾਬ ਦੇ 5-6 ਉਦਮੀ ਬੰਦੇ ਨੇ ਜਿਹੜੇ ਕੰਮ ਕਰ ਰਹੇ ਨੇ। ਤੇ ਦੁਨੀਆ ਦੇ ਵਿੱਚ ਸਾਡੇ ਫਲਾਵਰ ਸੀਡ ਦੀ ਮਤਲਬ ਇਹ ਜਿਹੜੇ ਸਾਡੇ ਫਾਰਮ ਦਾ ਨਾਂ ਹੈ, ਸਾਰੇ ਦੁਨੀਆ 'ਚੋਂ ਲੋਕ ਇੱਥੇ ਆ ਚੁੱਕੇ ਨੇ। ਉਹ ਆਉਂਦੇ ਵੀ ਨੇ ਸਾਰੇ ਇੰਸਪੈਕਸ਼ਨ ਕਰਨ ਹਰ ਸਾਲ। ਤੇ ਇੱਥੋਂ ਮੇਰੇ ਹਮੇਸ਼ਾ ਇੱਕ ਜ਼ਿਹਨ 'ਚ ਹੁੰਦੀ ਸੀ ਚੀਜ਼ ਵੀ ਪਿੰਡ 'ਚੋਂ ਉੱਠਿਆ ਤੇ ਪਿੰਡ ਵਾਲਾ ਕੋਈ ਕੰਮ ਕੀਤਾ ਜਾਵੇ ਜਿਹਦੇ 'ਚ ਲੇਬਰ ਬਹੁਤ ਲੱਗੇ। ਬਿਲਕੁਲ। ਜਿਹੜੇ ਆਮ ਗਰੀਬ ਬੰਦੇ ਨੇ ਉਹਨਾਂ ਨੂੰ, ਸਪੈਸ਼ਲੀ ਜਨਾਨੀਆਂ ਨੇ, ਜਦੋਂ ਮੈਂ ਦੇਖਦਾ ਹੁੰਦਾ ਸੀ ਉਹ ਗੋਹਾ ਕੂੜਾ ਜੀ ਕਰਦੀਆਂ ਫਿਰਦੀਆਂ ਸੀ ਵਿਚਾਰੀਆਂ ਨੂੰ, ਹੋਰ ਕੋਈ ਮਿਹਨਤ ਮਜ਼ਦੂਰੀ ਨਹੀਂ ਮਿਲਦੀ ਸੀ। ਤੇ ਮੈਂ ਇਹੋ ਜਿਹੇ ਕੰਮ ਦੀ ਕਲਪਨਾ ਕੀਤੀ ਵੀ ਇੱਥੇ ਵੱਧ ਤੋਂ ਵੱਧ ਮਜ਼ਦੂਰੀ ਲੇਡੀਜ਼ ਨੂੰ ਦਿੱਤੀ ਜਾਵੇ ਜਿਨ੍ਹਾਂ ਨੇ। ਤੇ ਇਹਦੇ ਵਿੱਚ ਰੁਜ਼ਗਾਰ ਵੀ 95% ਜਿਹੜੀਆਂ ਨੇ ਨਾ ਜਨਾਨੀਆਂ, ਇਹ ਸਾਡੇ ਪਿੰਡ ਦੀਆਂ ਨਹੀਂ, ਆਲੇ ਦੁਆਲੇ ਪਿੰਡਾਂ ਦੀਆਂ ਕੰਮ ਕਰਦੀਆਂ ਨੇ। ਜਿੱਥੇ ਅਸੀਂ ਜ਼ਮੀਨ, ਸਾਡੇ ਨਾਲ ਫੁੱਲਾਂ ਦੇ ਫਾਰਮਰ ਜੁੜੇ ਹੋਏ ਨੇ, ਉਹਨਾਂ ਨਾਲ ਵੀ ਅਸੀਂ ਇਹੀ ਪ੍ਰੈਫਰ ਕਰਦੇ ਹਾਂ, ਸਾਰਿਆਂ ਨੂੰ ਦੱਸਦੇ ਹਾਂ ਵੀ ਇਹ ਜਨਾਨੀਆਂ ਨੂੰ ਕੰਮ ਦਿਓ ਜ਼ਿਆਦਾ।
ਜਿੱਥੇ ਇਹਨਾਂ ਨੇ ਆਪਣਾ ਕਾਰੋਬਾਰ ਦੇਖਿਆ ਉੱਥੇ ਨਾਲ ਦੀ ਨਾਲ ਆਪਦੇ ਹੀ ਨਹੀਂ ਬਲਕਿ ਹੋਰ ਵੀ ਨਾਲ ਲੱਗਦੇ ਪਿੰਡਾਂ ਦੇ ਵਿੱਚ ਰੁਜ਼ਗਾਰ ਵੀ ਮੁਹੱਈਆ ਕਰਵਾਇਆ। ਸੋ ਅਸੀਂ ਮਤਲਬ ਤੁਸੀਂ ਸ਼ੁਰੂਆਤੀ ਜਿਹੜਾ ਕੰਮ ਸ਼ੁਰੂ ਕੀਤਾ ਸੀ ਉਹ ਕਿੰਨੇ ਏਕੜ ਤੋਂ ਸ਼ੁਰੂ ਕੀਤਾ ਸੀ? ਅਸੀਂ 3.5 ਏਕੜ ਤੋਂ ਸ਼ੁਰੂ ਕੀਤੇ। ਹਾਂਜੀ ਹਾਂ। ਠੀਕ ਠੀਕ ਹੈ। ਹਾਂਜੀ, ਹੌਲੀ ਹੌਲੀ ਵੱਧਦੇ, ਫਿਰ ਇਹ ਨਹੀਂ ਵੀ ਇੱਕਦਮ ਵੱਧ ਗਏ ਅਸੀਂ। ਫਿਰ ਅਸੀਂ 20 ਏਕੜਾਂ ਤੇ ਆ ਗਏ, ਫਿਰ 40-50 ਏਕੜਾਂ ਤੇ ਆ ਗਏ, ਫਿਰ ਝਟਕੇ ਵੀ ਲੱਗੇ, ਬੈਕ ਗੇਅਰ ਵੀ ਲੱਗੇ। ਬਿਲਕੁਲ ਉਹ ਤਾਂ ਲੱਗਦੇ ਹੀ ਨੇ ਕੰਮਾਂ ਦੇ ਵਿੱਚ। ਹੌਲੀ 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 ਵੱਧਦੇ ਫਿਰ ਅਸੀਂ ਮਤਲਬ ਹੁਣ ਇਸ ਵਕਤ ਜੇ ਸਾਰੇ ਇੰਡੀਆ ਦੇ ਵਿੱਚ ਲਾਓ ਤਾਂ 4 ਤੋਂ 4.5 ਏਕੜ ਵੈਜ ਸਬਜ਼ੀਆਂ ਤੇ ਫੁੱਲਾਂ ਦੇ ਬੀਜ ਲਾਉਂਦੇ ਹਾਂ। ਬਿਲਕੁਲ। ਜਿਹੜੀਆਂ ਤੁਸੀਂ ਕਹਿ ਲਈਏ ਕਿ ਸਾਰੀਆਂ ਕੁਆਲਿਟੀਆਂ ਫੁੱਲਾਂ ਦੇ ਜਿਹੜੇ ਬੀਜ ਇੱਥੋਂ ਤਿਆਰ ਹੁੰਦੇ ਨੇਗੇ, ਇਹਦੇ ਲਈ ਫਿਰ ਕੋਈ ਮਤਲਬ ਜਿਹੜੀ ਕੋਈ ਬਾਹਰਲੀ ਕੋਈ ਫੁੱਲਾਂ ਦੀ ਕੁਆਲਿਟੀ ਹੁੰਦੀ ਹੈਗੀ? ਇਹ ਸਾਰੇ ਬਾਹਰ ਹੀ ਜਾਣ ਵਾਲੀਆਂ ਨੇ। ਠੀਕ ਹੈ ਜੀ। ਇੱਥੇ ਵਾਲਾ ਮਤਲਬ ਇੱਥੇ ਹੀ ਪੈਦਾ ਹੁੰਦੇ ਨੇ। ਜਿਹੜੇ ਆਪਣੇ ਜਿਵੇਂ ਸਿਆਲਾਂ ਦੇ ਫੁੱਲ ਨੇ ਉੱਥੇ ਬਾਹਰ ਜਾ ਕੇ ਗਰਮੀਆਂ ਦੇ ਫੁੱਲ ਨੇ ਉਹ। ਗਰਮੀਆਂ ਦੇ ਫੁੱਲ ਨੇ, ਬਿਲਕੁਲ। ਕਿਉਂਕਿ ਉਹਨਾਂ ਦਾ ਫਰਕ ਇੰਨਾ ਹੀ ਹੈ ਕਿ ਕਈ ਫੁੱਲਾਂ ਦੀਆਂ ਕਿਸਮਾਂ ਐਸੀਆਂ ਹੁੰਦੀਆਂ ਨੇ ਜਿਹੜੀਆਂ ਸਾਡੇ ਵਾਤਾਵਰਣ ਦੇ ਅਨੁਕੂਲ ਨਹੀਂ ਹੈਗੀਆਂ। ਉਹ ਇੱਥੇ ਨਹੀਂ ਕਰਦੇ ਅਸੀਂ। ਹਾਂ, ਅੱਛਾ। ਉਹ ਨਹੀਂ ਪ੍ਰੋਡਿਊਸ ਕਰਦੇ। ਪਹਿਲਾਂ ਅਸੀਂ ਹਿਮਾਚਲ 'ਚ ਕਰਦੇ ਸੀ, ਬਿਲਕੁਲ ਹਿਮਾਚਲ ਦੇ ਕਲਪਾ ਏਰੀਆ ਦੇ ਵਿੱਚ ਪ੍ਰੋਡਿਊਸ ਕਰਦੇ ਸੀ। ਬਿਲਕੁਲ। ਪਰ ਉੱਥੇ ਇੱਕ ਵਾਰੀ ਇੰਨਾ ਵੱਡਾ ਦਰਿਆ ਦੇ ਵਿੱਚ ਉਹ ਆਇਆ 2005 'ਚ, ਸਾਨੂੰ ਉੱਥੋਂ ਕੰਮ ਛੱਡ ਕੇ ਆਉਣਾ ਪੈ ਗਿਆ ਕਿਉਂਕਿ ਰੋਡ ਹੀ ਨਹੀਂ ਬਣੀ 5-6 ਸਾਲ। ਬਿਲਕੁਲ। ਕਈ ਵਾਰੀ ਐਦਾਂ ਵੀ ਹੁੰਦਾ ਨਾ, ਕੋਈ ਫੁੱਲਾਂ ਦੀ ਖੇਤੀ ਕਰਦੇ ਆ ਅਸੀਂ, ਮੌਸਮੀ ਚੱਕਰ ਕਰਕੇ ਜਾਂ ਕੋਈ ਹੋਰ ਚੀਜ਼ਾਂ ਕਰਕੇ ਪਿੱਛੇ ਰਹਿ ਜਾਂਦੇ ਆ, ਮਤਲਬ ਉਹ ਤੁਹਾਨੂੰ ਵੀ ਮੁਸ਼ਕਲਾਂ ਆਈਆਂ ਹੋਣਗੀਆਂ। ਇਹ ਗੱਲ ਹੈ। ਮੁਸ਼ਕਿਲਾਂ ਦੇਖੋ, ਜਦੋਂ ਜ਼ਿਮੀਂਦਾਰਾ ਕਰਨਾ ਹੈ, ਬਿਲਕੁਲ। ਤੁਹਾਡੇ ਜ਼ਿਮੀਂਦਾਰਾਂ ਦੇ ਵਿੱਚ ਇੱਕ ਮਨ ਦੇ ਵਿੱਚ ਜ਼ਰੂਰ ਬਣਾ ਕੇ ਰੱਖਣੀ ਚਾਹੀਦੀ, ਜਿਹੜੀਆਂ ਕੁਦਰਤ ਦੀਆਂ ਆਫਤਾਂ ਨੇ ਇਹਨਾਂ ਨਾਲ ਸਾਨੂੰ ਜੂਝਣਾ ਹੀ ਪਊਗਾ। ਬਿਲਕੁਲ। ਜੇ ਅਸੀਂ ਮੈਂ ਕਿਸੇ ਵੀ ਨਾ ਮੈਨੂੰ ਕਦੇ ਕੋਈ ਘਬਰਾਹਟ ਹੁੰਦੀ ਹੈ, ਨਾ ਕਦੇ ਕੋਈ ਪਹਿਲਾਂ ਹੁੰਦੀ ਸੀ। ਹੁਣ ਮੈਨੂੰ ਨਾ ਕੋਈ ਕੁਦਰਤ ਦੀ ਆਫਤ ਦੀ ਕੋਈ ਘਬਰਾਹਟ ਹੁੰਦੀ ਹੈ, ਨਾ ਕੋਈ ਮੈਨੂੰ ਦਿਮਾਗ 'ਚ ਮੇਰੇ ਵਜਨ ਪੈਂਦਾ ਹੈ। ਮੇਰੇ ਸਿਰਫ ਉਹ ਚੀਜ਼ ਦਾ ਵਜਨ ਪੈਂਦਾ ਜਿਹੜਾ ਕੋਈ ਚੀਜ਼ ਸਾਡੀ ਗਲਤੀ ਕਰਕੇ ਗੜਬੜ ਹੋਈ ਹੈ, ਅਸੀਂ ਧਿਆਨ ਨਹੀਂ ਦਿੱਤਾ ਤਾਂ ਗੜਬੜ ਹੋਈ ਹੈ। ਬਾਕੀ ਕੁਦਰਤ ਨੇ ਤਾਂ ਜੋ ਕਰਨਾ ਉਹਨੇ ਕਰਨਾ, ਪਤਾ ਨਹੀਂ ਬਿਹਤਰ ਲਈ ਇਹ ਕਰਦੀ ਹੁੰਦੀ ਹੈ ਸਾਰਾ। ਮਤਲਬ ਸਾਨੂੰ ਜੋ ਖੇਤੀਬਾੜੀ ਆ ਉਹਨੂੰ ਇੱਕ ਬਿਜ਼ਨਸ ਤਰ੍ਹਾਂ ਟਰੀਟ ਕਰਨਾ ਪਊਗਾ। ਹਾਂਜੀ, ਇਹ ਗਾਹਾਂ ਨੂੰ ਵੀ ਇਹ ਹੈ। ਇੱਕ ਤਾਂ ਖੇਤੀ ਦੇ ਵਿੱਚ ਹੁਣ ਕੀ ਪ੍ਰੋਬਲਮ ਹੈ, ਜ਼ਿਮੀਂਦਾਰ ਪਲੈਨਿੰਗ ਕੋਈ ਨਹੀਂ ਕਰਦੇ। ਬਿਲਕੁਲ। ਉਹ ਕਹਿੰਦੇ ਨੇ ਨਾਲ ਦੇ ਨੇ ਆਹ 1509 ਬੀਜਤੀ, ਮੈਂ ਵੀ 1509 ਬੀਜੂੰ। ਉਹਨੇ ਤਾਂ ਜੀ ਉਹੀ ਦੂਜਾ ਝੋਨਾ ਬੀਜਿਆ, ਮੈਂ ਵੀ ਉਹੀ ਭੇਜੂੰ। ਉਹਨੇ 2 ਤੀਲੇ ਥੈਲੇ ਪਾਤੇ ਖਾਦ ਦੇ ਤੇ ਮੈਂ ਵੀ 2-3 ਪਾਇਆ, ਮੈਂ ਉਹਦੇ ਨਾਲ ਵਧੀਆ ਹੋ ਜੂ। ਇਹ ਚੀਜ਼ਾਂ ਨਹੀਂ ਹੁੰਦੀਆਂ। ਖੇਤੀਬਾੜੀ ਦੇ ਵਿੱਚ ਵੀ ਅੱਜ ਕੱਲ੍ਹ ਖੇਤੀਬਾੜੀ ਆ ਉਹ ਪ੍ਰੋਸੀਜਨ ਦੀ ਰਹਿ ਗਈ ਹੈ। ਉਹ ਖੇਤੀਬਾੜੀ ਦੇ ਵਿੱਚ ਸੂਖਮ ਤਰੀਕੇ ਨਾਲ ਦੇਖਣਾ ਪਊਗਾ ਸਾਨੂੰ। ਖੇਤੀਬਾੜੀ ਦੇ ਵਿੱਚ ਬਹੁਤ ਹੀ ਬਿਜ਼ਨਸ ਤਰੀਕੇ ਨਾਲ ਉਹਦੇ ਜੋੜ ਘਟਾਓ ਸਾਨੂੰ ਫਾਇਦਾ ਵੀ ਹੈ ਕਿ ਨਹੀਂ। ਇਸ ਕਰਕੇ ਸਾਨੂੰ ਨਵੇਂ ਤਰੀਕੇ ਨਾਲ ਚੱਲਣਾ ਪਊਗਾ। ਬਿਲਕੁਲ ਜੀ। ਦੇਖਿਆ ਜਾਵੇ ਕਿ ਸਾਨੂੰ ਖੇਤੀਬਾੜੀ ਨੂੰ ਵੀ ਇੱਕ ਬੁੱਧੀਜੀਵੀ ਤਰ੍ਹਾਂ ਕਰਨਾ ਪੈਣਾਗਾ। ਹਰ ਚੀਜ਼ ਦਾ ਬਦਲਾਅ ਵੀ ਜ਼ਰੂਰੀ ਹੈਗਾ, ਉਹਦਾ ਨਫਾ ਨੁਕਸਾਨ ਬਾਰੇ ਸੋਚ ਕੇ ਵੀ ਕਰਨਾ ਪਊਗਾ ਸਾਨੂੰ। ਸੋ ਫੁੱਲਾਂ ਦੇ ਨਾਲ ਨਾਲ ਫਿਰ ਤੁਸੀਂ ਨਾਲ ਵੈਜੀਟੇਬਲ ਦਾ ਵੀ ਸ਼ੁਰੂ ਕੀਤਾ? ਹਾਂਜੀ, ਵੈਜੀਟੇਬਲ ਦੇ ਬੀਜ ਬਣਾਉਂਦੇ ਹਾਂ ਅਸੀਂ। ਵੈਜੀਟੇਬਲ ਦੇ ਇੱਥੇ ਤਾਂ ਥੋੜ੍ਹੀਆਂ ਕਿਸਮਾਂ ਦੇ ਬਣਾਉਂਦੇ ਹਾਂ। ਸਾਊਥ ਦੇ ਵਿੱਚ ਅਸੀਂ ਕਰਨਾਟਕਾ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਵੈਜੀਟੇਬਲ ਦੇ ਵਿੱਚ ਲੈ ਕੇ ਭਿੰਡੀ, ਕਰੇਲਾ ਸਭ ਚੀਜ਼ਾਂ ਤੋਂ ਲੈ ਕੇ ਟਮਾਟਰ, ਸ਼ਿਮਲਾ ਮਿਰਚ, ਦੂਜੀਆਂ ਮਿਰਚਾਂ, ਮਤਲਬ ਵਾਟਰਮੈਲਨ, ਮੈਲਨ, ਹਰ ਸਕੁਐਸ਼, ਹਰ ਤਰ੍ਹਾਂ ਦੀਆਂ ਸਬਜ਼ੀਆਂ ਦੇ ਬੀਜ ਬਣਾਉਂਦੇ ਹਾਂ ਉੱਥੇ। ਬਿਲਕੁਲ। ਮੌਸਮੀ ਸਬਜ਼ੀਆਂ ਜਾਂ ਉਹਨੂੰ ਅਨੁਕੂਲ ਫਿਰ ਉਹਨਾਂ ਉਸ ਵਾਤਾਵਰਨ ਦੇਣਾ ਪੈਂਦਾ। ਸਾਰਾ ਵਾਤਾਵਰਨ ਜਿਨ੍ਹਾਂ ਚੀਜ਼ਾਂ ਦੇ ਅਨੁਕੂਲ ਹੈ। ਇੱਥੇ ਮੂਲੀ, ਗਾਜਰ, ਗੋਭੀ ਇਹਨਾਂ ਚੀਜ਼ਾਂ ਦੇ ਬੀਜ ਬਣਦੇ ਨੇ। ਦੇਖਿਆ ਜਾਵੇ ਕਿ ਪੰਜਾਬ ਦੀ ਸਾਡੀ ਧਰਤੀ ਬਹੁਤ ਜ਼ਰਖੇਜ਼, ਬਹੁਤ ਉਪਜਾਊ ਧਰਤੀ ਆ। ਹਾਲਾਂਕਿ ਇੱਥੇ ਕੋਈ ਵੀ ਚੀਜ਼ ਜਿਹੜੀ ਅਸੀਂ ਉਪਜਾ ਸਕਦੇ ਹਾਂਗੇ, ਤੁਸੀਂ ਫਿਰ ਵੀ ਉਸ ਚੀਜ਼ ਨੂੰ ਉਹ ਕੀਤਾ। ਸੋ ਜਿੱਦਾਂ ਆਪਣੀ ਕਹਿ ਲਈਏ ਕਿ ਜ਼ਿੰਦਗੀ ਦੇ ਵਿੱਚ ਨੈਗੇਟਿਵ ਬੰਦੇ ਬਹੁਤ ਆਉਂਦੇ ਹੋਣੇ, ਲੱਤਾਂ ਖਿੱਚੂ ਬੰਦੇ, ਕਿਸੇ ਨੇ ਡਰਾਇਆ ਵੀ ਹੋਣਾ ਲੋਕਾਂ ਨੇ ਵੀ ਕਿਹੜੇ ਕੰਮਾਂ 'ਚ ਪੈ ਗਏ ਕਿੱਥੇ। ਨਹੀਂ ਜੀ, ਇਹ ਗੱਲ ਤਾਂ ਤੁਹਾਨੂੰ ਇੱਕ ਦਿਮਾਗ ਤੋਂ ਪਾਸੇ ਲੋਕਾਂ ਨੇ ਕਿਸੇ ਨੇ, ਜਿਵੇਂ ਅਸੀਂ ਪਹਿਲਾਂ ਜਦੋਂ ਫੁੱਲ ਲਾਉਣ ਲੱਗੇ 5-6 ਸਾਲ ਤਾਂ ਲੋਕ ਇਹੀ ਕਹਿੰਦੇ ਰਹੇ ਵੀ ਸਰਦਾਰ ਨੇ ਦਿਮਾਗ ਖਰਾਬ ਹੋ ਗਿਆ ਪੜ੍ਹ ਲਿਖ ਕੇ, ਹੈਂ ਵੀ ਇਹ ਪਤਾ ਨਹੀਂ ਹੁਣ ਕਿਉਂ ਇਹ ਕਰੀ ਜਾਂਦਾ ਫੁੱਲ ਲਾਉਣ ਦਾ। ਕਿਤੋਂ 5-6 ਸਾਲਾਂ ਬਾਅਦ ਜਦੋਂ ਲਾਉਂਦੇ ਸੀ ਫਿਰ ਕਹਿਣ ਲੱਗੇ ਵੀ ਇਹ 'ਚ ਫਾਇਦਾ ਤਾਂ ਹੀ ਹੋਣਾ, ਤਾਂ ਹੀ ਲਾਉਂਦੇ ਨੇ, ਅਸੀਂ ਵੀ ਲਾ ਲਿਆ ਕਰੀਏ। ਹੌਲੀ ਹੌਲੀ ਸਾਰੇ ਲੋਕ ਲਾਉਣ ਲੱਗ ਗਏ। ਹਾਂਜੀ ਹਾਂ। ਕੋਈ ਆਪਣੇ ਵੱਲੋਂ ਜਿੱਦਾਂ ਕੋਈ ਨੌਜਵਾਨ ਪ੍ਰੇਰਿਤ ਹੋ ਕੇ ਕੋਈ ਸਿਖਲਾਈ ਵੀ ਦਿੱਤੀ ਜਾਂਦੀ ਹੈ ਇੱਥੇ ਜੋ? ਹਾਂਜੀ, ਅਸੀਂ ਪੂਰੀ ਟ੍ਰੇਨਿੰਗ ਦਿੰਦੇ ਹਾਂ। ਅਸੀਂ ਲੋਕਾਂ ਦੇ ਜਾਂਦੇ ਹਾਂ, ਲੋਕਾਂ ਨੂੰ ਨਵਿਆਂ ਨੂੰ ਪ੍ਰਸਾਰਿਤ ਵੀ ਕਰਦੇ ਹਾਂ ਵੀ ਜਿਹੜੇ ਜਵਾਨ ਮੁੰਡੇ ਨੇ, ਮੈਂ ਉਹ ਕਹੂੰਗਾ ਦੇਖੋ ਖੇਤੀਬਾੜੀ ਦੇ ਵਿੱਚ ਕਣਕ ਝੋਨੇ ਦੀ ਖੇਤੀ ਨਾ ਜਿਹੜੇ ਯੰਗ ਬੰਦਿਆਂ ਨੂੰ ਵਿੱਚ ਬਾੜਨਾ ਬਹੁਤ ਔਖਾ ਹੈ। ਬਿਲਕੁਲ। ਉਹ ਕਹਿੰਦੇ ਨੇ ਇਹ ਕੀ ਹੈ। ਜੇ ਉਹ ਕੋਈ ਨਵੀਂ ਚੀਜ਼ ਕਰਦੇ ਨੇ, ਹਾਂ ਉਹਨਾਂ ਵਾਸਤੇ ਇੰਟਰਸਟ ਹੋਏਗਾ। ਜਿਹੜੇ ਨਵੇਂ ਬੰਦੇ ਖੇਤੀ ਕਰਨਾ ਚਾਹੁੰਦੇ ਨੇ, ਇੱਕ ਹੋਰ ਕਈ ਵਾਰੀ ਬੰਦਿਆਂ ਦਾ ਇਹ ਹੁੰਦਾ, ਆਪਣੇ ਬੰਦੇ ਕੀ ਕਰਦੇ ਨੇ, ਇੱਕ ਪੁਰਾਣੀ ਗੱਲ ਹੈ ਜਦੋਂ ਮੈਂ ਤੁਹਾਨੂੰ ਇਹਦੇ ਵਿੱਚ ਮੈਂ ਜ਼ਰੂਰ ਕਹਿਣਾ ਚਾਹੂੰਗਾ,
ਵੀ ਜਦੋਂ ਮੈਂ ਸ਼ੁਰੂ ਕੀਤਾ ਸੀ ਕੰਮ ਤਾਂ ਮੈਨੂੰ ਇੱਕ ਹਾਲੈਂਡ ਦੇ ਬੰਦੇ ਨੇ, ਡੱਚ ਕਹਿੰਦੇ ਨੇ ਹਾਲੈਂਡ ਦੇ ਬੰਦਿਆਂ ਨੂੰ, ਮੈਨੂੰ ਕਹਿੰਦਾ ਨਾ ਵੀ ਤੁਸੀਂ ਜਿਹੜੇ ਪ੍ਰੋਡਿਊਸ ਕਰਨੇ ਨੇ, ਖੇਤੀ ਕਰਨੀ ਆ ਸਾਡੇ ਨਾਲ, ਇਹ ਇੰਡੀਅਨ ਸਟਾਈਲ ਕਰਨੀ ਹੈ ਜਾਂ ਡੱਚ ਸਟਾਈਲ ਕਰਨੀ ਹੈ। ਅੱਛਾ। ਮੈਂ ਉਹਨੂੰ ਪੁੱਛਿਆ ਵੀ ਇੰਡੀਅਨ ਸਟਾਈਲ ਤੇ ਡੱਚ ਸਟਾਈਲ ਦੇ ਵਿੱਚ ਕੀ ਫਰਕ ਹੁੰਦਾ ਹੈ। ਉਹ ਕਹਿੰਦਾ ਇੰਡੀਅਨ ਸਟਾਈਲ ਪਹਿਲਾਂ ਦੱਸ ਦੇਣਾ, ਕਿਉਂਕਿ ਮੈਂ ਇੰਡੀਆ 'ਚ ਇੱਥੇ ਬਹੁਤ ਘੁੰਮਿਆ। ਕਹਿੰਦਾ ਹਰ ਇੱਕ ਚੀਜ਼ ਤੁਸੀਂ ਕਰਦੇ ਹੋ, ਲਾ ਕੇ ਦੇਖ ਲਿਓ, ਹੋਗੀ ਨਹੀਂ ਹੋਗੀ, ਵਧ ਦਿਆਂਗੇ। ਬਿਲਕੁਲ। ਕਹਿੰਦਾ ਅਸੀਂ ਜੋ ਵੀ ਚੀਜ਼ ਪਲਾਨ ਕਰਦੇ ਹਾਂ ਇੱਥੇ ਵੀ ਆਹ ਲਾਉਣੀ ਹੈ, ਉਹਨੂੰ ਆਉਂਦਾ ਵੀ 100% ਸਕਸੈਸ ਕਰਨੀ ਹੈ ਇਹਦੀ। ਅਸੀਂ ਪਹਿਲਾਂ ਤੋਂ ਹੀ ਪੂਰੇ ਮਨ ਨਾਲ ਚੱਲਦੇ ਹਾਂ। 1 ਸਾਲ ਨਹੀਂ ਹੋ, 2 ਸਾਲ ਨਹੀਂ ਹੋ, ਤੀਜੇ ਸਾਲ ਤਾਂ ਹੋ ਹੀ ਜਾਊ। ਆਪਣੇ ਬੰਦੇ 6 ਮਹੀਨਿਆਂ ਦੇ ਵਿੱਚ ਕਿ 3 ਮਹੀਨਿਆਂ ਦੇ ਵਿੱਚ ਹੀ ਦਿਲ ਛੱਡ ਜਾਂਦੇ ਨੇ ਕਈ ਵਾਰੀ। ਇਹ ਤਾਂ ਘਾਹ ਹੋ ਗਿਆ ਜੀ, ਇਹ ਤਾਂ ਸਭ ਤੋਂ ਠੀਕ ਨਹੀਂ ਆਉਂਦੀ ਜੀ। ਇਹ ਤਾਂ ਹੁਣ ਬੰਦੇ ਨੂੰ ਮਗਰ ਲੱਗ ਕੇ ਚੱਲਣਾ ਪੈਂਦਾ ਕਿਸੇ ਚੀਜ਼ ਦੇ। ਪਿੱਛੇ ਦੇਖਿਆ ਜਾਵੇ ਕਿ ਕਈ ਨੌਜਵਾਨਾਂ ਨੇ ਝੋਨਾ ਲਾਇਆ ਸੀ, ਮਸ਼ੀਨਾਂ ਨਾਲ ਸਿੱਧੀ ਬਿਜਾਈ ਕੀਤੀ ਸੀ, ਪਰ ਦੇਖਿਆ ਜਾਵੇ ਬਾਅਦ ਦੇ ਵਿੱਚ ਬਾਅਦ ਹੀ ਉਹ ਚੀਜ਼ ਦਾ ਸਬਰ ਨਹੀਂ ਕੀਤਾ, ਉਹ ਚੀਜ਼ ਨੂੰ ਪੂਰੀ ਤਰ੍ਹਾਂ ਪਰਖਿਆ ਹੀ ਨਹੀਂ ਗਿਆ ਹਲੇ ਤੱਕ। ਰੱਖਿਆ ਹੀ ਨਹੀਂ ਗਿਆ। ਉਹ ਹੁਣ ਜੇ ਅਸੀਂ ਨਵੀਆਂ ਟੈਕਨੀਕਾਂ 'ਚ ਨਹੀਂ ਆਵਾਂਗੇ ਲੈ ਕੇ, ਪੰਜਾਬ ਦਾ ਪੱਟੀ ਮੇਸ ਹੀ ਇੱਕ ਚੀਜ਼ ਨੇ ਕੀਤੀ ਹੈ, ਜਿਹੜਾ ਅਸੀਂ ਇੱਕ ਦੂਜੇ ਦੇ ਲਾਈ ਲੱਗ ਹੋ ਗਏ ਤੇ ਸੁਸਤ ਹੋ ਗਏ। ਦੇਖੋ ਇਹ ਸਾਰੀਆਂ ਨਵੀਆਂ ਕਰੌਪ, ਨਵਾਂ ਸਿਸਟਮ ਜਿਹੜਾ ਨਾ ਸੁਸਤੀ ਨਹੀਂ ਪਾਲਦਾ। ਆਪਣੇ ਜ਼ਿਮੀਂਦਾਰ ਕਹਿੰਦੇ ਨੇ ਉਹ ਬੀਜ ਤਾਂ ਫਿਰ ਤਾਸ਼ ਖੇਡਾਂਗੇ, ਕੀ ਐਵੇਂ ਮਰਨਾ ਹੈ। ਉਹ ਆਪਣੇ ਮੈਨੂੰ ਕਹਿੰਦੇ ਨੇ ਕਈ ਵਾਰੀ, ਕਹਿੰਦੇ ਜੀ ਮੈਂ ਹੁਣ 65 ਸਾਲ ਦੀ ਉਮਰ ਹੋ ਗਈ ਮੇਰੀ, ਉਹ ਕਹਿੰਦੇ ਨੇ ਸਰਦਾਰ ਜੀ ਆਪਣਾ ਆਰਾਮ ਨਾਲ ਬੈਠਦੇ, ਆਰਾਮ ਕਿਉਂ ਨਹੀਂ ਕਰਦੇ ਹੁਣ ਇਹ ਉਤਰਦੇ। ਉਹ ਫਿਰ ਕਹਿੰਦਾ ਵੀ ਬੈਠ ਕੇ ਆਰਾਮ ਕਰਕੇ ਵੀ ਕੀ ਕਰੋਗੇ, ਇਹ ਖੁਸ਼ੀ ਦੀਆਂ ਗੱਲਾਂ ਨੇ, ਤੁਸੀਂ ਕੰਮ ਕਰੋ, ਕੰਮ 'ਚ ਹੀ ਖੁਸ਼ੀ ਮਿਲਦੀ ਹੈ। ਵਿਹਲੇ ਬੈਠ ਕੇ ਕਿਸੇ ਨੂੰ ਖੁਸ਼ੀ ਨਹੀਂ ਮਿਲਦੀ। ਨਾ ਵਿਹਲਾ ਬੰਦਾ ਕਦੇ ਖੁਸ਼ ਹੁੰਦਾ ਹੈ, ਨਾ ਵਿਹਲਾ ਬੰਦਾ ਕਿਤੇ ਕਿਸੇ ਦੇ ਕੰਮ ਆ ਸਕਦਾ ਹੈ। ਬਿਮਾਰੀਆਂ ਵੀ ਜਿੱਦਾਂ ਕਰੀ ਵਿਹਲੇ ਬੰਦਿਆਂ ਨੂੰ ਆਉਂਦੀਆਂ ਨੇ। ਵਿਹਲਾ ਜਿਹੜਾ ਵਿਹਲਪਣਾ ਹੈ ਉਹ ਤੁਹਾਡੀ ਸਾਰੀ ਟਾਈਮ ਦੀ ਪਲੈਨਿੰਗ ਗੜਬੜ ਕਰ ਦਿੰਦਾ ਹੈ। ਉਹ ਜਿਵੇਂ ਕਹਿੰਦੇ ਵਿਹਲ 'ਚੋਂ ਵਿਹਲ ਨਹੀਂ ਨਿਕਲਦੀ ਉਹਨਾਂ ਨੂੰ। ਹਾਂਜੀ। ਦੂਜੀਆਂ ਫਸਲਾਂ ਦੇ ਮੁਕਾਬਲੇ ਦੇਖਿਆ ਜਾਵੇ ਕਿ ਸਬਜ਼ੀਆਂ ਦੇ ਵਿੱਚ ਜਾਂ ਫੁੱਲਾਂ ਦੇ ਵਿੱਚ ਦੂਜੀਆਂ ਫਸਲਾਂ ਦੇ ਮੁਕਾਬਲੇ ਕਿੰਨੀ ਕੁ ਮਿਹਨਤ ਜ਼ਿਆਦਾ ਆਉਂਦੀ ਹੈ? ਮਿਹਨਤ ਜਿਵੇਂ ਕਹਿੰਦੇ ਨੇ ਧਿਆਨ ਰੱਖਣ ਦੀ, ਮਿਹਨਤ ਨਹੀਂ ਹੈਗੀ ਜ਼ਿਆਦਾ, ਧਿਆਨ ਦੀ ਗੱਲ ਹੈ। ਧਿਆਨ ਜ਼ਿਆਦਾ ਰੱਖਣਾ ਪੈਂਦਾ ਹੈ ਵੀ ਤੁਸੀਂ ਆਪਣੀ ਫਸਲ 'ਚ ਗੇੜਾ ਮਾਰਦੇ ਰਹੋ, ਦਿਨ ਦੇਖਦੇ ਰਹੋ। ਉਹਦੇ ਚਾਹੇ ਕਣਕ ਬੀਜ ਲਈ ਕਈ ਵਾਰੀ ਜਾਂਦੇ ਨੇ, ਉਹਨਾਂ ਨੂੰ ਕਿਹੜਾ ਤੇਲਾ ਨਹੀਂ ਪੈਂਦਾ, ਪਰ ਖੇ ਖਰਾਬ ਹੋ ਹੀ ਜਾਂਦੀਆਂ ਨੇ ਨਾ। ਝੋਨੇ ਨੂੰ ਵੀ ਕਈ ਵਾਰੀ ਬਿਮਾਰੀਆਂ ਲੱਗ ਹੀ ਜਾਂਦੀਆਂ ਨੇ। ਇਹਨਾਂ ਨੂੰ ਵੀ ਇਹ ਚੀਜ਼ਾਂ ਨੇ ਵੀ ਦਿਨ ਬ ਦਿਨ ਦੇਖਣੀਆਂ ਪੈਂਦੀਆਂ ਨੇ, ਬੱਚਿਆਂ ਵਾਂਗੂ ਪਾਲਣੀਆਂ ਪੈਂਦੀਆਂ ਨੇ। ਇਹ ਤੁਹਾਡੀ ਖੇਤੀਬਾੜੀ ਕੋਈ ਵੀ ਹੈ, ਮੈਂ ਤਾਂ ਕਹਿੰਦਾ ਜਿਹੜਾ ਬੰਦਾ ਬੱਚਿਆਂ ਵਾਂਗੂ ਨਹੀਂ ਪਾਲਦਾ, ਵਿੱਚ ਨਹੀਂ ਰਹਿੰਦਾ, ਉਹ ਕੋਈ ਕੰਮ ਹੀ ਨਹੀਂ ਕਰ ਸਕਦਾ। ਇਹ ਜਿਹੜੇ ਬੰਦੇ ਨੇ ਇਹਨਾਂ ਦੇ ਵਿੱਚ ਤੁਸੀਂ ਆਮਦਨ ਵੀ ਤਾਂ ਦੇਖੋ ਨਾ, 2-2.5 ਗੁਣਾ ਤੁਹਾਨੂੰ ਫਸਲ ਦੀ ਇੱਕ ਦੀ ਆ ਜਾਂਦੀ ਹੈ, ਫਿਰ ਉਸ ਤੋਂ ਵਧੀਆ ਕੀ ਹੋ ਸਕਦਾ। ਆਮਦਨ ਦੀ ਤੁਸੀਂ ਗੱਲ ਕੀਤੀ ਹੈ, ਜੇ ਆਪਾਂ ਆਮਦਨ ਦੀ ਗੱਲ ਕਰੀਏ 1 ਏਕੜ ਦੇ ਵਿੱਚੋਂ ਆਪਾਂ ਕਿੰਨੀ ਆਮਦਨ ਲੈ ਸਕਦੇ ਹਾਂ ਫੁੱਲਾਂ ਦੇ ਵਿੱਚ? ਫੁੱਲਾਂ ਦੇ ਵਿੱਚ ਅਸੀਂ ਜੋ ਆਪਣਾ ਅੰਦਾਜ਼ਾ ਲਾ ਕੇ ਇੱਕ ਸੀਜ਼ਨ ਦਾ, ਅਸੀਂ ਕਣਕ ਵਾਲੇ ਸੀਜ਼ਨ 'ਚ ਹੀ ਲਾਉਂਦੇ ਹਾਂ, ਆਰਾਮ ਨਾਲ ਵੀ 60-65 ਹਜ਼ਾਰ ਰੁਪਏ ਤੋਂ ਸ਼ੁਰੂ ਹੋ ਕੇ 2 ਲੱਖ ਰੁਪਏ 3 ਲੱਖ ਰੁਪਏ ਏਕੜ ਤੱਕ ਵੀ ਬੰਦੇ ਕਮਾ ਲੈਂਦੇ ਨੇ ਏਕੜ ਦੇ ਵਿੱਚ ਇੱਕ ਸੀਜ਼ਨ ਦਾ। ਜੇ ਮੰਨ ਲਓ ਜੀ ਕਿਸੇ ਛੋਟੇ ਜ਼ਿਮੀਂਦਾਰ ਨੇ ਫੁੱਲਾਂ ਦੀ ਖੇਤੀ ਦੇ ਵਿੱਚ ਇਨਵੈਸਟ ਕਰਨੀ ਹੈਗੀ, ਉਹਨਾਂ ਦੀ ਪ੍ਰੋਬਲਮ ਆਉਂਦੀ ਹੈ ਕਿ ਮੰਡੀਕਰਨ ਨਹੀਂ ਹੈਗਾ ਅਸੀਂ ਵਾਪਸ ਲੈਂਦੇ ਹਾਂ ਸਾਰਾ ਬੀਜ। ਠੀਕ ਹੈ ਜੀ। ਜਿਹੜੇ ਬੰਦਿਆਂ ਨਾਲ ਅਸੀਂ ਗਰੋ ਕਰਦੇ ਹਾਂ ਨਾ, ਨਾਲ ਉਹਨਾਂ ਨੂੰ ਸਾਰੀ ਟ੍ਰੇਨਿੰਗ ਦਿੰਦੇ ਹਾਂ, ਸਾਰੀ ਉਹਨਾਂ ਨੂੰ ਈਵਨ ਐਡਵਾਂਸ ਪੇਮੈਂਟ ਵੀ ਕਰੀਦੀਆਂ ਨੇ ਵੀ ਦਿਹਾੜੀਆਂ ਤੂੜੀਆਂ ਵਾਸਤੇ, ਸਾਰਾ ਕੁਝ ਜਣੀ ਕਰਕੇ ਵੀ ਸਿਰਫ ਉਹਨਾਂ ਨੂੰ ਇੰਸਟੀਕੇਟ ਕਰਨ ਵਾਸਤੇ, ਤਾਂ ਕਿ ਇਕੱਲਾ ਬੰਦਾ ਕੁਝ ਨਹੀਂ ਕਰ ਸਕਦਾ, ਨਾਲ ਲੈ ਕੇ ਤੁਰਨਾ ਪੈਂਦਾ ਦੁਨੀਆ ਨੂੰ। ਜਿਹੜਾ ਬੰਦਾ ਇਕੱਲਾ ਹੀ ਸੋਚਦਾ ਮੈਂ ਹੀ ਕਮਾ ਲਵਾਂ ਜਾਂ ਕਰ ਲਵਾਂ, ਉਹਦਾ ਫਾਇਦਾ, ਕਮਾਉਣ ਦਾ ਹੀ ਫਾਇਦਾ ਕੋਈ ਨਹੀਂ। ਕਿਉਂਕਿ ਵੱਡੀ ਗੱਲ ਇਹੀ ਹੁੰਦੀ ਨਾ ਨੌਜਵਾਨਾਂ ਦੇ ਵਿੱਚ ਵੀ। ਨਾਨਕ ਨੇ ਕਿਹਾ ਤੀ ਵੰਡ ਖਾਓ ਖੰਡ ਖਾਓ, ਠੀਕ ਹੈ, ਮਤਲਬ ਉਹਨਾਂ ਨੇ ਕਿਹਾ ਸੀਗਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਯਾਰ। ਨਾਲੇ ਉਹਨਾਂ ਨੇ ਇਹ ਕਿਹਾ ਸੀ ਉੱਤਮ ਖੇਤੀ, ਮੱਧਮ ਵਪਾਰ, ਨਿਖਿੱਧ ਨੌਕਰੀ, ਭੀਖ ਨਦਾਰ। ਇਸ ਕਰਕੇ ਖੇਤੀ ਉੱਤਮ ਚੀਜ਼ ਹੈ, ਇਹਨੂੰ ਹੁਣ ਉੱਤਮ ਬਣਾਉਣਾ ਚਾਹੀਦਾ ਹੈ। ਇਹਦੇ ਵਿੱਚ ਮਿਹਨਤ, ਬਾਬਾ ਜੀ ਨਾਨਕ ਜੀ ਨੇ ਹੱਥੀਂ ਖੇਤੀ ਕਿਹਾ ਸੀ ਵੀ ਉਹਨੇ ਆਪ, ਉਹਨਾਂ ਨੇ ਪਿਛਲੇ ਸਾਲਾਂ ਦੇ ਆਪਦੀ ਜ਼ਿੰਦਗੀ 'ਚ ਰਹਿ ਕੇ ਬੈਠ ਕੇ ਵੀ ਖਾ ਸਕਦੇ ਸੀ ਉਹ, ਪਰ ਉਹਨਾਂ ਨੇ ਮਿਹਨਤ ਕਰਕੇ ਖਾਧੀ, ਕਿਰਤ ਕਰਕੇ। ਕਿਰਤ ਕਰਨੀ ਸਾਡੇ ਬੰਦੇ ਛੱਡ ਗਏ ਨੇ। ਮੈਂ ਇਹੀ ਮੈਸੇਜ ਦਊਂ ਸਾਡੇ ਸਾਰੇ ਬੰਦਿਆਂ ਨੂੰ, ਕਿਰਤ ਜ਼ਰੂਰ ਕਰਨੀ ਚਾਹੀਦੀ। ਸਾਡੇ ਨੌਜਵਾਨਾਂ ਨੂੰ ਜੋ ਇਸ ਧੰਦੇ ਦੇ ਵਿੱਚ ਆਉਣਾ ਚਾਹੁੰਦੇ ਨੇ, ਇਹਨਾਂ ਨਾਲ ਸੰਪਰਕ ਕੀਤਾ ਜਾਵੇ। ਇੱਥੋਂ ਸਿਖਲਾਈ ਵੀ ਦਿੱਤੀ ਜਾਂਦੀ ਹੈ, ਪ੍ਰੋਪਰ ਤੁਹਾਨੂੰ ਬੀਜ ਵੀ ਮਿਲੂਗਾ, ਪ੍ਰੋਪਰ ਤੁਹਾਡੇ ਤੋਂ ਬੀਜ ਦੀ ਖਰੀਦ ਵੀ ਕੀਤੀ ਜਾਊਗੀ। ਜੇ ਕੋਈ ਵੀ ਨੌਜਵਾਨ ਸਾਡਾ ਜਾਂ ਕਿਸਾਨ ਵੀਰ ਫਸਲੀ ਚੱਕਰ ਤੋਂ ਬਾਹਰ ਆ ਕੇ ਇੱਦਾਂ ਫੁੱਲਾਂ ਦੀ ਖੇਤੀ ਜਾਂ ਸਬਜ਼ੀਆਂ ਦੀ ਖੇਤੀ ਕਰਨਾ ਚਾਹੁੰਦਾ, ਤਾਂ ਇੱਕ ਵਾਰੀ ਇਹਨਾਂ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਜਿੱਦਾਂ ਖੇਤ ਹੁਣ ਖਾਲੀ ਪਏ ਨੇ, ਮਤਲਬ ਹੁਣ ਇੱਥੇ ਕੀ ਤੁਹਾਡੀ ਤਿਆਰੀ ਹੈ, ਇੱਥੇ ਕੀ? ਇਹਦੇ ਵਿੱਚ ਪਹਿਲਾਂ ਤਾਂ ਅਸੀਂ ਗ੍ਰੀਨ ਮੈਨਿਓਰਿੰਗ ਕਰਦੇ ਹਾਂ ਜੀ, ਬਿਲਕੁਲ, ਤਾਂ ਕਿ
ਜ਼ਮੀਨ ਦੀ ਗੁਣਵੱਤਾ ਬਣੀ ਰਹੇ। ਬਿਲਕੁਲ ਉਹਨੂੰ ਹੁਣ ਵਾਹ ਕੇ ਤਿਆਰ ਕਰ ਲਿਆ। ਹੁਣ ਇਹਦੇ ਵਿੱਚ ਨਾ ਬਹੁਤ ਅਰਲੀ ਵਾਲਾ ਝੋਨਾ ਲਾਵਾਂਗੇ ਤਾਂ ਕਿ ਵੀਡ ਮੈਨੇਜਮੈਂਟ ਹੋ ਜਵੇ, ਨਹੀਂ ਅਦਰਵਾਈਜ਼ ਬਹੁਤ ਜ਼ਿਆਦਾ ਜਿਹੜੇ ਘਾਸ ਫੂਸ ਨਹੀਂ ਹੁੰਦਾ ਆਪਣਾ ਉਹ ਜ਼ਿਆਦਾ ਹੋ ਜਾਂਦਾ ਹੈ। ਅਸੀਂ ਅਰਲੀ ਵਾਲਾ ਚ ਲਾ ਕੇ ਇਹਨੂੰ ਅਕਤੂਬਰ ਦੇ ਫਸਟ ਵੀਕ ਦੇ ਵਿੱਚ ਰੈਡੀ ਹੋ ਜਾਣਾ ਨੇ ਤੇ ਉਸ ਤੋਂ ਬਾਅਦ ਜਦੀ ਬੀਜਣਾ ਸ਼ੁਰੂ ਕਰ ਦੇਣਾ ਹੈ। ਖਾਦ ਮਤਲਬ ਖਾਦ ਕਿੰਨੀ ਕੁ ਜਿਹੜੀ ਨਹੀਂ ਖਾਦ ਜਿਹੜੀ ਆਪਣੀ ਅਸੀਂ ਇਹਦੇ ਚ ਟਾਂਚਾ, ਸਨ ਹੈਂਪ, ਸਣੀ ਜਿਹਨੂੰ ਕਹਿ ਦਿੰਦੇ ਆ, ਮੂੰਗੀ, ਇਹ ਸਾਰੀਆਂ ਬੀਜਦੇ ਆ ਤਾਂ ਕਿ ਇਹਦਾ ਆਰਗੈਨਿਕ ਮੈਟਰ ਕਾਇਮ ਰਹੇ। ਤੁਸੀਂ ਦੇਖ ਸਕਦੇ ਹੋ ਕਿ ਖੇਤ ਬਿਲਕੁਲ ਤਿਆਰ ਨੇ, ਇਹਦੇ ਵਿੱਚ ਖਾਦ ਵੀ ਪਊਗੀ ਤੇ ਫਿਰ ਇਹਦੀ ਤਿਆਰੀ ਕੀਤੀ ਜਾਊਗੀ, ਇਹਨੂੰ ਯੋਗ ਬਣਾਇਆ ਜਾਣਾ। ਖਾਦ ਬਾਅਦ ਚੁੱਕੇ ਆ ਖਾਦ ਕਰਕੇ। ਅੱਛਾ ਜੀ, ਹਾਂਜੀ ਹਾਂ ਖਾਦ ਪਾਉਣ ਤੋਂ ਬਾਅਦ ਬਾਅਦ ਚੁੱਕੇ ਆ ਇਹਨਾਂ। ਬਿਲਕੁਲ ਜੀ ਬਿਲਕੁਲ। ਸੋ ਜਿਹੜੇ ਸਾਡੇ ਨੌਜਵਾਨ ਅੱਜ ਵੱਡੀ ਮਾਤਰਾ ਦੇ ਵਿੱਚ ਆਈਲੈਟਸ ਕਰਕੇ ਬਾਹਰ ਵਿਦੇਸ਼ਾਂ ਵੱਲ ਜਾ ਰਹੇ ਨੇ, ਉਹਨਾਂ ਨੂੰ ਕੀ ਕਹੋਗੇ, ਪ੍ਰੇਰਿਤ ਹੋ ਕੀ ਪ੍ਰੇਰਨਾ ਦਿਓ? ਜੇ ਉਹ ਲੋਕ ਇੱਥੇ ਹੀ ਆਪਣਾ ਕੰਮ ਚੱਜ ਨਾਲ ਕਰ ਲੈਣ ਤਾਂ ਉੱਥੇ ਜਾਣ ਦੀ ਲੋੜ ਹੀ ਨਾ ਪਵੇ। ਬਿਲਕੁਲ ਉੱਥੇ ਜਾ ਕੇ ਕੋਈ ਕੰਮ ਸੌਖੇ ਥੋੜੋ ਨੇ। ਤੁਸੀਂ ਮੈਂ ਤਾਂ ਇਹ ਕਹੂੰਗਾ ਉੱਥੇ ਜਾ ਕੇ ਕਿਹਨਾਂ ਬੰਦਿਆਂ ਦੀ ਇੰਟਰਵਿਊ ਕਰਕੇ ਦੇਖ ਕੇ ਤਾਂ ਉਹ ਬੰਦਿਆਂ ਦਾ ਹਾਲ ਕੀ ਹੈ। ਬਿਲਕੁਲ ਉਰੇ ਸ਼ੌਕ ਨਾਲ ਜਾਂਦੇ ਤਾਂ ਹੈਗੇ ਨੇ, ਜੇ ਇੱਥੇ ਉਹਨਾਂ ਕੰਮ ਕਰਨ ਨਾ ਦੁਨੀਆ ਬਦਲ ਸਕਦੀ ਹੈ। ਤੁਸੀਂ ਦੇਖਿਆ, ਤੁਸੀਂ ਬਾਹਰਲੀ ਕੰਟਰੀਆਂ ਦੇ ਵਿੱਚ ਵੀ ਘੁੰਮੇ ਹੋ, ਆਪਣੀ ਖੇਤੀ ਤੇ ਉਹਨਾਂ ਦੀ ਖੇਤੀ ਵਿੱਚ ਕੀ ਫਰਕ ਆ ਵੱਡਾ? ਉਹਨਾਂ ਦੀ ਖੇਤੀ ਡਿਫਰੈਂਟ ਟਾਈਪ ਦੀ ਹੈ। ਉੱਥੇ ਤਾਂ ਲੇਬਰ ਹੀ ਨਹੀਂ ਹੈਗੀ, ਲੇਬਰ ਬਹੁਤ ਮਹਿੰਗੀ ਹੈ, ਇਸੇ ਕਰਕੇ ਆਪਣੇ ਬੰਦੇ ਲੇਬਰ ਕਰਦੇ ਨੇ। ਬਿਲਕੁਲ ਉਹ ਲੇਬਰ ਮਹਿੰਗੀ ਹੋਣ ਕਰਕੇ ਬੰਦੇ ਘੱਟ ਹੋਣ ਕਰਕੇ ਉੱਥੇ ਤਾਂ ਸਾਰਾ ਮਕੈਨੀਕਲ ਹੈ ਕੰਮ। ਹੁਣ ਸਾਨੂੰ ਕੋਈ ਕਹਿੰਦਾ ਫਿਰ ਉਹ ਫੁੱਲ ਤੁਸੀਂ ਇੱਥੇ ਕਿਉਂ ਲਾਉਨੇ ਹੋ, ਕਿਉਂ? ਮੈਂ ਕਿਹਾ ਵੀ ਜੇ ਇਹ ਫੁੱਲ ਮਕੈਨੀਕਲੀ ਟੁੱਟ ਸਕਦੇ ਹੁੰਦੇ, ਹੱਥਾਂ ਨਾਲ ਨਾ ਤੋੜਨੇ ਪੈਂਦੇ, ਤਾਂ ਫਿਰ ਇਹ ਸਾਨੂੰ ਨਹੀਂ ਸੀ ਦਿੰਦੇ ਪ੍ਰੋਡਕਸ਼ਨ ਲਈ, ਉਹ ਆਪੇ ਕਰ ਲਿਆ ਕਰਦੇ। ਇਹ ਜਿਹੜੀ ਚੀਜ਼ ਹੱਥਾਂ ਨਾਲ ਕਰਨ ਵਾਲੀ ਹੈ, ਇਹ ਤੁਸੀਂ ਇਹ ਆਪਰੇਸ਼ਨ ਨੂੰ ਇੱਕ ਸਮਝੋ BPO ਹੈ, ਬਿਜ਼ਨਸ ਪ੍ਰੋਸੈਸ ਆਊਟਸੋਰਸਿੰਗ। ਉਹ ਕਿਉਂਕਿ ਲੇਬਰ ਬਹੁਤ ਮਹਿੰਗੀ ਹੈ, ਇਸ ਕਰਕੇ ਸਾਡੇ ਕੋਲੇ ਆਉਂਦੇ ਨੇ। ਬਿਲਕੁਲ, ਤੁਸੀਂ ਆ ਇੱਕ ਵੱਡੀ ਗੱਲ ਕਹੀ ਹੈ ਕਿ ਸਾਡੀ ਪੰਜਾਬ ਦੇ ਵਿੱਚ ਵੀ ਲੇਬਰ ਦੀ ਮੈਨੂੰ ਲੱਗਦਾ ਕਿ ਘਾਟ ਹੋਣ ਲੱਗੀ ਹੁਣ ਬਹੁਤ ਜ਼ਿਆਦਾ। ਸਾਡੇ ਆਪਣੇ ਬੰਦੇ ਕੋਈ ਕੰਮ ਕਰਕੇ ਕੋਈ ਘਾਟ ਜਿੱਦਾਂ ਨਹੀਂ ਹੈਗੀ, ਜੇ ਬੰਦਿਆਂ ਨੂੰ ਤਰੀਕੇ ਨਾਲ ਮੈਨੇਜ ਕੀਤਾ ਜਾਵੇ ਕੋਈ ਘਾਟ ਨਹੀਂ। ਸਾਨੂੰ ਤਾਂ ਕਦੇ ਲੇਬਰ ਦੀ ਘਾਟ ਨਹੀਂ ਆਈ। ਬਿਲਕੁਲ ਹਾਂ, ਜੇ ਬੰਦਿਆਂ ਨੂੰ ਪੂਰੇ ਪੈਸੇ ਦਿਓ, ਪ੍ਰੋਪਰ ਲੈਣ ਜਾਣ ਦਾ ਛੱਡਣ ਦਾ ਅਰੇਂਜਮੈਂਟ ਕਰੋ, ਤਾਂ ਦੇਖੋ ਤੁਸੀਂ ਸਾਡੇ ਕੋਲੇ ਹਰ ਵਕਤ 300-400 ਬੰਦਾ ਲੇਬਰ ਦਾ ਰਹਿੰਦਾ। ਬਿਲਕੁਲ ਪ੍ਰੋਪਰ ਤਰੀਕੇ ਨਾਲ ਸਾਰਾ ਮੇਨਟੇਨ ਕਰਨਾ ਪੈਂਦਾ ਸਿਸਟਮ। ਤੁਸੀਂ ਅੰਦਰ ਜਾ ਕੇ ਗੇੜਾ ਦੇ ਕੇ ਦੇਖੋ ਕਿਵੇਂ ਲੇਬਰ ਬੈਠ ਕੇ ਕੰਮ ਕਰ ਰਹੀ ਹੈ। ਆਹ ਮੁੰਡੇ ਕੰਮ ਕਰ ਰਹੇ ਨੇ, ਪੈਕਿੰਗ ਹੋ ਰਹੀ ਹੈ, ਮਸ਼ੀਨਾਂ ਨਾਲ ਸਫਾਈ ਹੋ ਰਹੀ ਹੈ। ਤੁਸੀਂ ਦੇਖ ਸਕਦੇ ਹੋ ਕਿ ਬੀਜਾਂ ਦੀ ਜਿਹੜੀ ਸਾਫ਼ ਸਫਾਈ ਇੱਥੇ ਕੀਤੀ ਜਾਂਦੀ ਹੈਗੀ। ਇਹ ਕਾਹਦਾ ਸੀਡ ਹੈ, ਕਾਹਦਾ ਦਿਖਾ ਸਕਦੇ ਜੀ? ਇਹ ਕ੍ਰਾਈਸੈਂਥੇਮਮ ਕੈਰੀਨੇਟਮ। ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬੀਜਾਂ ਦੀ ਜਿਹੜੀ ਸਾਫ਼ ਸਫਾਈ ਕੀਤੀ ਜਾਂਦੀ ਹੈਗੀ, ਪੂਰੇ ਪ੍ਰੋਪਰ ਤਰੀਕੇ ਦੇ ਨਾਲ ਬੀਜਾਂ ਦੀ ਸਾਫ਼ ਸਫਾਈ ਹੋ ਰਹੀ ਹੈ। ਸਾਡੇ ਕੈਮਰਾਮੈਨ ਨੂੰ ਕਹੂੰਗਾ ਕਿ ਆਲੇ ਦੁਆਲੇ ਜ਼ਰੂਰ ਇਹ ਚੀਜ਼ ਦਾ ਦਿਖਾਇਆ ਜਾਵੇ ਦ੍ਰਿਸ਼। ਬੀਜ ਸਾਫ਼ ਸਫਾਈ ਹੋ ਰਹੀ ਹੈ ਇੱਥੇ। ਆਹ ਬੀਜ ਜ਼ਰੂਰ ਦੇਖੋ ਜੀ, ਬੈਲੈਂਸ ਦਾ ਵੀ ਹੈ, ਹਲਕਾ ਕੇ ਬਹੁਤ ਹਲਕਾ ਹੈਗਾ, ਬਹੁਤ ਚੰਗੇ ਤਰੀਕੇ ਨਾਲ ਇਹਨਾਂ ਦੀ ਸਾਫ਼ ਸਫਾਈ ਹੋ ਰਹੀ ਹੈ। ਅੱਗੇ ਵੀ ਬੜਾ ਸਾਨੂੰ ਕਰਵਾਇਓ ਜਾਣਕਾਰੀ ਜੀ, ਕਿਹੜੇ ਬੀਜ ਕਿਹੜਾ ਵਧੀਆ ਫੁੱਲਾਂ ਦਾ ਜਾਂ ਕਿੱਦਾਂ ਕਿਸ। ਆ ਵੀ ਬੈਲਸ ਆ। ਸਾਰੀ ਇਹ ਹਾਂਜੀ ਠੀਕ ਹੈ। ਆ ਕਿਹੜੀ ਕੁਆਲਿਟੀ? ਦੇਖ ਸਕਦੇ ਹੋ ਕਿ ਤੁਸੀਂ ਬਹੁਤ ਜ਼ਿਆਦਾ ਬਰੀਕ ਹੈ। ਬੀਜਾਂ ਦੀ ਸਾਫ਼ ਸਫਾਈ। ਹਾਂਜੀ ਇੱਧਰ ਇਹ ਵੀ ਫੁੱਲਾਂ ਦੇ ਬੀਜ ਨੇ। ਪੂਰੇ ਪ੍ਰੋਪਰ ਤਰੀਕੇ ਨਾਲ ਇੱਧਰ ਮਸ਼ੀਨਾਂ ਲੱਗੀਆਂ ਨੇ ਸਾਫ਼ ਸਫਾਈ ਵਾਸਤੇ। ਇੱਧਰ ਲੇਬਰ ਵੀ ਕੰਮ ਕਰ ਰਹੀ ਹੈਗੀ।
ਲੇਡੀਜ਼ ਵੀ ਕੰਮ ਕਰ ਰਹੇ ਨੇ, ਜਿੱਥੇ ਕਿ ਇਹ ਆਪਣਾ ਧੰਦਾ ਚਲਾ ਰਹੇ ਨੇ ਉੱਥੇ ਬਹੁਤ ਰੁਜ਼ਗਾਰ ਵੀ ਵੱਡੀ ਮਾਤਰਾ ਦੇ ਵਿੱਚ ਇਹਨਾਂ ਨੇ ਮੁਹੱਈਆ ਕਰਵਾਇਆ ਗਾ। ਸਾਰਾ ਦਿਖਾ ਰਹੇ ਹਾਂ ਤੁਹਾਨੂੰ ਦ੍ਰਿਸ਼ ਇੱਥੇ ਦਾ। ਇਹਨਾਂ ਵਿੱਚ ਪੈਕਿੰਗ ਹੋ ਰੱਖੀ ਹੈ ਜੀ ਇਹਨਾਂ ਸਿਸਟਮ। ਰਾਹ ਵੀ ਹੈ ਅੱਛਾ ਜੀ, ਹੋਣ ਤੋਂ ਬਾਅਦ ਫਿਰ ਇਹ ਜਿਹੜਾ ਹੈਗਾ ਉਧਰ ਦੂਜੇ ਛੱਡਾਂ ਜਾ ਸਫਾਈ ਹੋਣ ਤੋਂ ਬਾਅਦ ਇਹ ਵੀ ਬੀਜ ਰੱਖੇ ਗਏ ਨੇ, ਉਹ ਦੂਜੇ ਉਧਰ ਜਾ ਕੇ ਦੂਸਰੇ ਪੜਾਅ ਦੇ ਵਿੱਚ ਇਹਨਾਂ ਦੀ ਸਫਾਈ ਹੋਊਗੀ। ਇੱਥੇ ਪੈਕਿੰਗ ਹੋ ਰਹੀ ਹੈ ਸਿਸਟਮ। ਇੱਥੇ ਤੁਹਾਨੂੰ ਦਿਖਾ ਰਹੇ ਹਾਂ ਕਿ ਬੀਜਾਂ ਦੀ ਜਿਹੜੀ ਪੈਕਿੰਗ ਆ, ਥੈਲੀਆਂ ਦੇ ਵਿੱਚ ਬੀਜ ਪੈਕ ਕੀਤੇ ਜਾ ਰਹੇ ਨੇ। ਇਹ ਮਤਲਬ ਕਿੰਨੇ ਵਜ਼ਨ ਦਾ ਹੁੰਦਾ ਇੱਕ ਥੈਲੀ, ਕਿੰਨੇ ਜੀ? 20 ਕਿਲੋ ਦੀ ਥੈਲੀ ਦੇ ਵਿੱਚ ਜਿਹੜੇ ਬੀਜ ਤਿਆਰ ਕੀਤੇ ਗਏ ਨੇ। ਪ੍ਰੋਪਰ ਬੀਜਾਂ ਦੇ ਨਾਮ ਤੇ ਉਹਨਾਂ ਦਾ ਡਿਟੇਲਸ ਥੈਲੀਆਂ ਦੇ ਵਿੱਚ ਪਾਈ ਹੈ। ਪੈਕਿੰਗ ਹੋ ਰਹੀ ਹੈ ਬੀਜਾਂ ਦੀ ਵੱਡੀ ਮਾਤਰਾ ਦੇ ਵਿੱਚ, ਜੋ ਲੇਬਰ ਕੰਮ ਕਰ ਰਹੀ ਹੈ ਕਿ ਬੀਜਾਂ ਦੀ ਪੈਕਿੰਗ ਬਹੁਤ ਚੰਗੇ ਢੰਗ ਨਾਲ ਪੈਕਿੰਗ ਕੀਤੀ ਜਾ ਰਹੀ ਹੈ। ਉੱਧਰ ਸਫਾਈ ਹੋਣ ਤੋਂ ਬਾਅਦ ਇੱਥੇ ਪੈਕਿੰਗ ਹੋਊਗੀ, ਫਿਰ ਇਹਨਾਂ ਦੀ ਪ੍ਰੋਡਕਸ਼ਨ ਕੀਤੀ ਜਾਊਗੀ ਬੀਜਾਂ ਦੀ। ਥ੍ਰੈਸ਼ਰ ਦੇ ਨਾਲ ਬੀਜ ਕੱਢਿਆ ਗਿਆ, ਫਿਰ ਲੇਬਰ ਦੁਆਰਾ ਝਰਨਿਆਂ ਨਾਲ ਸਫਾਈ ਕੀਤੀ ਗਈ ਤੇ ਉਸ ਤੋਂ ਬਾਅਦ ਆਹ ਮਸ਼ੀਨਾਂ ਦੇ ਵਿੱਚ ਜਿਹੜੇ ਬੀਜ ਦੀ ਸਫਾਈ ਕੀਤੀ ਜਾਂਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਲਾਈਨ ਦੇ ਵਿੱਚ ਮਸ਼ੀਨਾਂ ਲੱਗੀਆਂ ਨੇ। ਇਹਨਾਂ ਮਸ਼ੀਨਾਂ ਦੇ ਵਿੱਚ ਵੀ ਬੀਜਾਂ ਦੀ ਜੋ ਪੂਰਨ ਤੌਰ ਤੇ ਸਫਾਈ ਕੀਤੀ ਜਾਂਦੀ ਹੈ। ਸਫਾਈ ਹੋਣ ਤੋਂ ਬਾਅਦ ਪੈਕ ਕੀਤੇ ਜਾਂਦੇ ਨੇ ਬੀਜ। ਪਹਿਲਾਂ ਬਾਹਰ ਥ੍ਰੈਸ਼ਰਾਂ ਦੇ ਨਾਲ ਕੱਢੇ ਜਾਂਦੇ ਆ, ਫਿਰ ਲੇਬਰ ਦੁਆਰਾ ਸਨਾਈ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਮਸ਼ੀਨਾਂ ਨਾਲ ਵੀ ਬੀਜਾਂ ਦੀ ਸਨਾਈ ਕੀਤੀ ਜਾਂਦੀ ਹੈ। ਦੁਨੀਆ ਭਰ ਦੇ ਵਿੱਚ ਕਿਸੇ ਕੰਟਰੀ ਨੂੰ ਨਾ ਤਾਂ ਕੋਈ ਜ਼ਮੀਨ ਦਾ ਭੋਰਾ ਡਸਟ ਜਾਂ ਕੋਈ ਰੇਤਾ ਜ਼ਮੀਨ ਦਾ ਕੋਈ ਟੁਕੜਾ ਜਾਂ ਕੋਈ ਡਲੀ ਜਾ ਨਹੀਂ ਸਕਦੀ ਬਾਹਰ ਨੂੰ, ਨਾ ਹੀ ਕੋਈ ਵੀਡ ਜਿਹੜਾ ਹੁੰਦਾ ਬਾਹਰ ਜਾ ਸਕਦਾ। ਅਤੇ 99% ਤੋਂ ਉੱਪਰ ਸੀਡ ਜਿਹੜਾ ਸੀਡ ਕਲੀਨਿੰਗ, ਉਹਦੇ ਵਿੱਚ ਸਿਰਫ ਸੀਡ ਦੇ ਮਾੜਾ ਮੋਟਾ ਕੋਈ ਪੱਤਾ ਜਾਂ ਹੋਰ ਕੁਛ ਰਹਿ ਸਕਦਾ 1%, ਬਾਕੀ ਕੁਛ ਨਹੀਂ ਰਹਿ ਸਕਦਾ। 99% ਕਲੀਨ ਕਰਕੇ ਭੇਜਣਾ ਪੈਂਦਾ। ਇਹਦੀ ਕੋਈ ਟੈਸਟਿੰਗ ਵੀ ਹੁੰਦੀ ਹੋਊਗੀ ਉਦੋਂ ਬਾਅਦ? ਸਾਡੇ ਲੈਬ ਦੇ ਵਿੱਚ ਟੈਸਟਿੰਗ ਹੁੰਦੀ ਹੈ। ਲੈਬ ਆਪਣੀ ਇੱਥੇ ਬਣਾਈ ਹੋਈ ਆ। ਬਿਲਕੁਲ ਕਿਹਾ ਜਾਂਦਾ ਕਿ 1% ਵੀ ਇਹਦੇ ਵਿੱਚ ਕੋਈ ਡਸਟ ਜਾਂ ਕੋਈ ਹੋਰ ਕਣ ਨਹੀਂ ਜਾ ਸਕਦਾ। ਪੂਰਨ ਤੌਰ ਤੇ ਸਫਾਈ ਹੋਣ ਤੋਂ ਬਾਅਦ, ਲੈਬੋਰਟਰੀ ਦੇ ਵਿੱਚ ਟੈਸਟ ਹੋਣ ਤੋਂ ਬਾਅਦ ਫਿਰ ਬੀਜ ਨੂੰ ਐਕਸਪੋਰਟ ਕੀਤਾ ਜਾਂਦਾ ਗਾ। ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਕਿਸ ਤਰ੍ਹਾਂ ਲੈਬੋਰਟਰੀ ਦੇ ਵਿੱਚ ਟੈਸਟ ਕੀਤੇ ਜਾਂਦੇ ਨੇ ਬੀਜ। ਤਦ ਤੱਕ ਲਈ ਬਣੇ ਰਹੋ ਸਾਡੇ ਨਾਲ। ਤੁਸੀਂ ਦੇਖ ਸਕਦੇ ਹੋ ਕਿ ਬੀਜ ਪੂਰੀ ਸਫਾਈ ਹੋਣ ਤੋਂ ਬਾਅਦ ਲੈਬੋਰਟਰੀ ਦੇ ਵਿੱਚ ਆਉਂਦਾ ਹੈ। ਲੈਬੋਰਟਰੀ ਦੇ ਵਿੱਚ ਆਉਣ ਤੋਂ ਬਾਅਦ ਬੀਜਾਂ ਨੂੰ ਟੈਸਟ ਕੀਤਾ ਜਾਂਦਾ ਹੈ। ਟੈਸਟ ਕਰਨ ਤੋਂ ਬਾਅਦ ਫਿਰ ਉਹਨਾਂ ਦੀ ਪੈਕਿੰਗ ਜਿਹੜੀ ਹੁੰਦੀ ਹੈਗੀ ਉਹ ਕੀਤੀ ਜਾਂਦੀ ਹੈ। ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਕਿਸ ਤਰ੍ਹਾਂ ਬੀਜ ਨੂੰ ਜੋ ਟੈਸਟ ਕੀਤਾ ਜਾਂਦਾ ਗਾ। ਬੀਜ ਨੂੰ ਟੈਸਟ ਕੀਤਾ ਜਾਊਗਾ। ਪੂਰੀ ਟੈਸਟਿੰਗ ਹੋਣ ਤੋਂ ਬਾਅਦ ਹੀ ਫਿਰ ਉਸ ਦੀ ਪੈਕਿੰਗ ਹੋਣ ਤੋਂ ਬਾਅਦ ਫਿਰ ਐਕਸਪੋਰਟ ਕੀਤਾ ਜਾਂਦਾ। ਪਹਿਲਾਂ ਬੀਜ ਦੀ ਪੂਰੀ ਤਰ੍ਹਾਂ ਟੈਸਟਿੰਗ ਹੋਊਗੀ ਲੈਬੋਰਟਰੀ ਦੇ ਵਿੱਚ। ਅਸੀਂ ਲੈਬੋਰਟਰੀ ਦੇ ਵਿੱਚ ਮੌਜੂਦ ਹਾਂ। ਬਹੁਤ ਹੀ ਬਰੀਕ ਹਾਲਾਂਕਿ ਕੰਨ ਨੇ। ਇਹ ਬੀਜਾਂ ਨੂੰ ਜਿਹਦੇ ਵਿੱਚ ਕੋਈ ਵੀ ਜਿਵੇਂ ਦੇਖ ਕੇ ਹਾਂਜੀ ਲੈਂਸ ਵੱਡਾ ਹੋ ਜਾਂਦਾ, ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਹੀ। ਦੇਖ ਸਕਦੇ ਹੋ ਕਿ ਆਹ ਲੈਂਜ ਦੇ ਵਿੱਚ ਦੇਖਿਆ ਜਾਂਦਾ ਕਿ ਬੀਜ ਨੂੰ ਕੋਈ ਛੋਟਾ ਵੱਡਾ ਜਾਂ ਕੋਈ ਹੋਰ ਇਹਦੇ ਵਿੱਚ ਕੋਈ ਕਣ, ਕੋਈ ਬੀਡ ਸੀਡ ਕੋਈ ਕੁਛ ਨਾ ਹੋ। ਉਸ ਤੋਂ ਬਾਅਦ ਫਿਰ ਹੀ ਪੈਕਿੰਗ ਹੋਊਗਾ। ਨਹੀਂ, ਫਿਰ ਇਹ ਹੋ ਜਾਂਦਾ। ਇਸ ਤੋਂ ਬਾਅਦ ਹਾਂਜੀ, ਇਹ ਜਦੋਂ ਸਾਫ਼ ਹੋ ਜਾਂਦਾ ਪੂਰਾ, ਹਾਂਜੀ, ਇਸ ਤੋਂ ਬਾਅਦ ਫਿਰ ਇਹਦੀ ਜਰਮੀਨੇਸ਼ਨ ਟੈਸਟ ਕੀਤੀ ਜਾਂਦੀ ਹੈ। ਬਿਲਕੁਲ ਜੀ, ਬਿਲਕੁਲ। ਹਾਂਜੀ, ਇਹਦੇ ਵਿੱਚ ਟੈਂਪਰੇਚਰ ਕਿੰਨੇ ਡਿਗਰੀ ਹੈ, ਡੇ ਦਾ ਨਾਈਟ ਦਾ। ਬਿਲਕੁਲ। ਹੁਣ 87% ਰਿਲੇਟਿਵ ਹਿਊਮਿਡਿਟੀ ਹੈ, ਇੰਨੀ ਇਹ ਹੈ। ਚਾਰ ਹੋ ਕਰਕੇ ਬਦਲ ਕੇ ਫਿਰ ਇਹਦੇ ਵਿੱਚ ਪੂਰਾ ਟੈਂਪਰੇਚਰ ਦੇ ਵਿੱਚ ਜਿਹੜੇ ਰੱਖਿਆ ਜਾਂਦਾ ਰੱਖਿਆ ਹੋਇਆ, ਜਿਹਦੇ ਵਿੱਚ ਆਈਡੀਅਲੀ ਜਰਮੀਨੇਟ ਹੁੰਦਾ। ਇਹ ਮੌਸਮ ਦੇ ਹਿਸਾਬ ਨਾਲ ਟੈਂਪਰੇਚਰ ਦੇਖਣਾ ਪੈਂਦਾ ਹੋਣਾ ਜੀ। ਹਾਂਜੀ ਹਾਂ, ਠੀਕ ਹੈ। ਆ ਦੇਖੋ, ਤੁਸੀਂ ਦੇਖ ਸਕਦੇ ਹੋ ਕਿ ਬੀਜ ਨੂੰ ਪੂਰਾ ਟੈਂਪਰੇਚਰ ਦੇ ਪੁੰਗਰਿਆ ਹੋਏ ਨੇ, ਜੋ ਪੁੰਗਰੇ ਹੋਏ ਨੇ ਇਹਨਾਂ ਨੂੰ। ਹਾਂਜੀ, ਜਰਮੀਨੇਟ ਹੋ ਚੁੱਕਾ ਹੈ। ਪਰਸੈਂਟੇਜ ਹੈ ਵੀ ਜੇ ਇਹ 85% ਤੋਂ ਘੱਟ ਨੇ ਫਿਰ ਅਸੀਂ ਦੁਬਾਰਾ ਸਫਾਈ ਕਰਦੇ ਹਾਂ। ਠੀਕ ਹੈ ਜੀ। ਇਹ ਮਤਲਬ ਕੋਈ ਡੇਲੀ ਤਾਂ ਨਹੀਂ ਇਹਦਾ ਟੈਂਪਰੇਚਰ ਦੇਖਣਾ ਪੈਂਦਾ ਵੀ ਬਾਰਿਸ਼ ਦਾ ਮੌਸਮ ਆ ਤਾਂ ਸਾਰਾ ਕੁਝ ਸਾਡਾ ਸਿਸਟਮ ਇਹਨੇ ਆਪਣੇ ਆਪ ਮੇਨਟੇਨ ਕਰ ਲੈਣਾ। ਇਹਦੇ ਵਿੱਚ ਕ੍ਰੌਪ ਹੀ ਉਹ ਰੱਖੀਆਂ ਜਾਂਦੀਆਂ ਨੇ ਜਿਹੜੀਆਂ ਇਹ ਟੈਂਪਰੇਚਰ ਦੇ ਵਿੱਚ ਜਰਮੀਨੇਟ ਹੁੰਦੀਆਂ ਹੋਣ। ਅਸੀਂ ਅੱਗੇ ਪਿੱਛੇ ਜਿੰਨਾ ਮਰਜ਼ੀ ਬਦਲ ਲਈਏ ਇਹਦਾ ਟੈਂਪਰੇਚਰ। ਬਿਲਕੁਲ ਬਿਲਕੁਲ, ਇਹਨਾਂ ਨੇ ਆਪਣੇ ਆਪ ਹੀ ਉਹ ਚੀਜ਼ ਨੂੰ ਮੈਨੇਜ ਕਰ ਲੈਣਾ ਇਹਦੇ ਵਿੱਚ। ਅੱਛਾ ਜੀ। ਇਹਦੇ ਵਿੱਚ ਸੀਡ ਜਿਹੜੇ ਅਸੀਂ ਮਤਲਬ ਕਿ ਚੈਲਡ ਰੱਖ ਦਿਆਂਗੇ ਠੰਡੇ ਰੱਖਣ ਵਾਸਤੇ। ਬਿਲਕੁਲ ਬਿਲਕੁਲ। ਇਸ ਦੇ ਵਿੱਚ ਜਿੱਦਾਂ ਆਪਾਂ ਫ੍ਰਿਜ ਕਹਿ ਲਈਏ ਕਿ ਇਹਦੇ ਵਿੱਚ ਹਾਂਜੀ
8-9 ਡਿਗਰੀ ਟੈਂਪਰੇਚਰ ਰੱਖਦਾ ਹੈ ਬਿਲਕੁਲ। ਤਾਂ ਕਿ ਸੀਡ ਚਿਲ ਹੋ ਜਾਣ। ਚੱਲੋ ਹੋਏ ਤੁਸੀਂ ਦੇਖ ਸਕਦੇ ਹੋ ਕਿੱਦਾਂ ਲੈਬੋਰਟਰੀ ਦੇ ਵਿੱਚ ਟੈਸਟਿੰਗ ਹੁੰਦੀ ਹੈ ਬੀਜਾਂ ਦੀ। ਬਹੁਤ ਚੀਜ਼ ਦਾ ਟੈਸਟਿੰਗ ਹੁੰਦੀ ਹੈ। ਬਿਲਕੁਲ ਬਿਲਕੁਲ, ਬਹੁਤ ਹੀ ਬਰੀਕ ਕੰਮ ਕਹਿ ਸਕਦੇ ਹਾਂ। ਆ ਵੀ ਪੈਕਿੰਗ ਹੋ ਰੱਖੀ ਹੈ ਬੀਜਾਂ ਦੀ, ਇਹ ਵੀ 20 ਕਿਲੋ ਦੀ ਪੈਕਿੰਗ ਹੈ ਜੀ। 20 ਕਿਲੋ ਦੀ ਪੈਕਿੰਗ ਸੇਮ ਚੀਜ਼ ਹੀ ਹੈ। ਇਸ ਤੋਂ ਬਾਅਦ ਪੈਕਿੰਗ ਹੋਣ ਤੋਂ ਬਾਅਦ ਗੱਡੀਆਂ ਦੇ ਵਿੱਚ ਲੋਡ ਕੀਤਾ ਜਾਣਾਗਾ। ਤੁਸੀਂ ਦੇਖ ਸਕਦੇ ਹੋ ਕਿ ਕਿੱਦਾਂ ਬੀਜਾਂ ਦੀ ਸਫਾਈ ਹੁੰਦੀ ਆ, ਟੈਸਟ ਹੁੰਦਾ, ਫਿਰ ਲੈਬੋਰਟਰੀ ਦੇ ਵਿੱਚ ਆਉਂਦਾ, ਫਿਰ ਪੈਕ ਹੋਣ ਤੋਂ ਬਾਅਦ ਗੱਡੀਆਂ ਦੇ ਵਿੱਚ ਜਿਹੜਾ ਮਾਲ ਲੋਡ ਕੀਤਾ ਜਾਣਾਗਾ। ਤੇ ਦੇਖਿਆ ਜਾਵੇ ਜੀ ਸਾਰਾ ਜਦ ਦੇਖਿਆ ਆਪਣੇ ਬਹੁਤ ਜ਼ਿਆਦਾ ਮਿਹਨਤ ਵੀ ਆਉਂਦੀ ਹੈ ਇਹਦੇ ਕੰਮ ਦੇ ਵਿੱਚ, ਰਿਸਕ ਵੀ ਬਹੁਤ ਵੱਡੇ ਆ, ਹਨਾ। ਜਿੱਦਾਂ ਜੇ ਆਪਾਂ ਪ੍ਰੋਫਿਟ ਕਹਿੰਦਾ ਤਾਂ ਰਿਸਕ ਵੀ ਬਹੁਤ ਵੱਡੇ ਆ। ਬਹੁਤ ਵੱਡੇ ਨੇ। ਸੋ ਕੋਈ ਗਵਰਨਮੈਂਟ ਵੱਲੋਂ ਇਹਦੀ ਕੋਈ ਸਬਸਿਡੀ ਵਗੈਰਾ ਜਾਂ ਤੁਹਾਨੂੰ ਕੋਈ ਸਾਥ ਰਿਹਾ ਹੋਵੇ ਗਵਰਨਮੈਂਟ ਵੱਲੋਂ? ਨਹੀਂ, ਸਬਸਿਡੀਆਂ 'ਚ ਮੈਂ ਬਲੀਵ ਹੀ ਨਹੀਂ ਕੀਤਾ ਮੁੜ ਤੋਂ। ਮੈਂ ਤਾਂ ਇਹ ਦੇਖਿਆ ਵੀ ਜੇ ਕੋਈ ਤੁਸੀਂ ਬਿਨਾਂ ਸਬਸਿਡੀ ਤੋਂ ਕਰਦੇ ਹੋ ਤਾਂ ਉਹ ਤੁਹਾਡਾ ਪ੍ਰੋਫਿਟੇਬਲ ਹੈ। ਜੇ ਸਬਸਿਡੀਆਂ ਬੰਨੀ ਨੂੰ ਝਾਕਦੇ ਰਹਾਂਗੇ ਤਾਂ ਮੇਰੇ ਖਿਆਲ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਸਬਸਿਡੀਆਂ ਨਾਲ ਤੁਹਾਨੂੰ ਕੁਝ ਲੱਭ ਸਕਦਾ। ਉਹ ਤਾਂ ਤੁਸੀਂ ਜਿਵੇਂ ਊਠ ਦਾ ਬੁੱਲ ਲਟਕਣ ਵਾਲੀ ਗੱਲ ਹੈ ਵੀ ਨਾ ਉਹ ਚੱਜ ਨਾਲ ਆਉਂਦੀਆਂ ਨੇ ਨਾ ਟਾਈਮ ਤੇ ਮਿਲਦੀਆਂ ਨੇ, ਤੇ ਉਹਦਾ ਕੀ ਫਾਇਦਾ ਹੈਗਾ। ਤੇ ਜਿਹੜੀ ਤੁਹਾਡੀ ਨੈਟ ਪ੍ਰੋਫਿਟ ਵਾਲਾ ਕੰਮ ਆ ਉਸ ਤੇ ਹੀ ਕੰਮ ਕਰੋ, ਤਾਂ ਨਾ ਕਿ ਇੱਧਰ ਉੱਧਰ ਵੀ ਸਰਕਾਰ ਬਣੀਓ ਕੁਛ ਆਊਗਾ ਜਾਂ ਕਿਸੇ ਬਣੀਓ ਕੋਈ ਆਗਾ। ਕਿਸੇ ਨੇ ਜ਼ਿੰਦਗੀ 'ਚ ਬੰਦੇ ਦੀ ਕਿਸੇ ਨੇ ਮਦਦ ਨਹੀਂ ਕਰਨੀ, ਤੁਸੀਂ ਆਪਦੀ ਮਦਦ ਆਪ ਹੀ ਕਰਨੀ ਹੈ। ਤੁਹਾਡੀ ਮਿਹਨਤ ਹੀ ਹੈ ਕਿ ਜਿਹੜੀ ਮਦਦ ਕਰਾਊਗੀ ਤੁਹਾਡੀ। ਸਾਰਾ ਤੁਸੀਂ ਇਹ ਕਾਰੋਬਾਰ ਦੇਖ ਰਹੇ ਹੋ, ਬਹੁਤ ਵੱਡੇ ਪੱਧਰ ਤੇ ਤੁਸੀਂ ਕਾਰੋਬਾਰ ਨੂੰ ਲੈ ਕੇ ਗਏ ਹੋ। ਕੋਈ ਸਰਕਾਰ ਵੱਲੋਂ ਕੋਈ ਤੁਹਾਨੂੰ ਮਾਣ ਸਨਮਾਨ ਕੋਈ ਪੱਤਰ ਮਿਲਿਆ ਹੋਵੇ? ਬਹੁਤ ਮਾਨ ਸਨਮਾਨ ਸਰਕਾਰ ਨੇ ਦਿੱਤਾ। ਹਾਂਜੀ, ਮੈਂ ਸਟੇਟ ਅਵਾਰਡੀਆਂ, ਨੈਸ਼ਨਲ ਅਵਾਰਡੀਆਂ, ਤੇ ਮੈਂ ਬੜੀਆਂ ਆਰਗੇਨਾਈਜੇਸ਼ਨਾਂ ਦੇ ਵਿੱਚ ਰਿਹਾ ਸਰਕਾਰ ਦੇ। ਜਿਵੇਂ ਮੈਂ ਬਹੁਤ ਡਿਪਾਰਟਮੈਂਟਾਂ 'ਚ ਐਜ਼ ਬੋਰਡ ਦੇ ਵਿੱਚ ਡਾਇਰੈਕਟਰ ਰਿਹਾ, ਤੇ ਯੂਨੀਵਰਸਿਟੀ ਦੇ ਬੋਰਡ ਆਫ ਮੈਨੇਜਮੈਂਟ ਦੇ ਵਿੱਚ ਵੀ ਰਿਹਾ। ਮੈਂ ਜਿਹੜੀ ਇੱਕ ਇੰਟਰਨੈਸ਼ਨਲ ਆਰਗੇਨਾਈਜੇਸ਼ਨ ਹੈ ਏਸ਼ੀਆ ਐਂਡ ਪੈਸੀਫਿਕ ਸੀਡ ਐਸੋਸੀਏਸ਼ਨ, ਜਿੰਨੇ ਵੀ ਏਸ਼ੀਆ ਤੇ ਪੈਸੀਫਿਕ ਦੇ 48 ਕੰਟਰੀ ਨੇ ਉਹਨਾਂ ਦੀ ਸੀਡ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਰਿਹਾ। ਜੇ ਮਤਲਬ ਦੇਖਿਆ ਜਾਵੇ ਕਿ ਨੌਜਵਾਨਾਂ ਜਿਹੜੇ ਸਾਡੇ ਯੂਥ ਆ, ਜੇ ਉਹਨਾਂ ਨੇ ਕੋਈ ਟ੍ਰੇਨਿੰਗ ਲੈਣੀ ਹੋਵੇ, ਕਦੋਂ ਤੁਹਾਡੇ ਨਾਲ ਸੰਪਰਕ ਕੀਤਾ ਜਾਵੇ? ਜਦੋਂ ਅਸੀਂ ਮਤਲਬ ਸਮਝ ਲਓ ਵੀ ਅਗਸਤ ਦੇ ਐਂਡ ਤੇ ਸਤੰਬਰ 'ਚ ਉਹਨਾਂ ਨੂੰ ਸਾਨੂੰ ਕੰਟੈਕਟ ਕਰਨਾ ਚਾਹੀਦਾ। ਬੜਾ ਨਵੇਂ ਬਹੁਤ ਸਕੋਪ ਹੈ ਮਤਲਬ ਇਹ ਚੀਜ਼ ਦਾ। ਹਾਂਜੀ, ਕੰਮ ਕਰਨ ਵਾਲੇ ਬੰਦੇ ਨੂੰ ਕੋਈ ਕੰਮ ਦਾ ਘਾਟਾ ਨਹੀਂ, ਨਾ ਕਰਨ ਦੇ 100 ਬਹਾਨੇ, ਕੰਮ ਕਰਨ ਜਿੰਨੇ ਮਰਜ਼ੀ ਕਰ ਲਓ। ਜੇ ਕੋਈ ਨੌਜਵਾਨ ਰੁਝਾਨ ਰੱਖਦਾ ਹੈ ਕਿ ਉਹਨੇ ਬਦਲਵੀਂ ਖੇਤੀ ਕਰਨੀ ਆ ਤਾਂ ਸੰਪਰਕ ਕਰ ਲੈਣ ਇਹਨਾਂ ਨਾਲ। ਅਗਸਤ ਜਾਂ ਸਤੰਬਰ ਦੇ ਮਹੀਨੇ ਦੇ ਵਿੱਚ ਜੋ ਟ੍ਰੇਨਿੰਗ ਦਿੱਤੀ ਜਾਊਗੀ, ਔਰ ਇਹ ਕਹਿ ਰਹੇ ਨੇ ਕਿ ਟ੍ਰੇਨਿੰਗ ਦੇ ਨਾਲ ਨਾਲ ਨੌਜਵਾਨਾਂ ਨੂੰ ਬੀਜ ਵੀ ਦੇਵਾਂਗੇ ਤੇ ਉਹਨਾਂ ਦੀ ਖਰੀਦ ਵੀ ਕਰਾਂਗੇ। ਸੋ ਸਾਡੇ ਜ਼ਿਹਨ ਦੇ ਵਿੱਚ ਸਭ ਤੋਂ ਵੱਡਾ ਖਿਆਲ ਇਹੀ ਆਉਂਦਾ ਹੁੰਦਾ। ਪਹਿਲਾਂ ਪ੍ਰਾਈਸ ਦਿੱਤੀ ਜਾਂਦੀ ਹੈ। ਠੀਕ ਹੈ ਜੀ। ਪਹਿਲਾਂ ਅਸੀਂ ਦੱਸਦੇ ਹਾਂ ਵੀ ਇਸ ਭਾਅ ਤੇ ਜਦੋਂ 99.9 ਤੇ ਜਰਮੀਨੇਸ਼ਨ 85% ਹੁੰਦੀ ਹੈ, ਫਿਰ ਉਹ ਵੀ ਅਸੀਂ ਖਰੀਦਦੇ ਹਾਂ। ਟੈਸਟ ਇੱਥੇ ਹੀ ਹੁੰਦੇ ਨੇ, ਸਾਹਮਣੇ ਹੀ ਹੁੰਦੇ ਨੇ ਸਰ। ਪੂਰੀ ਟੈਸਟਿੰਗ ਦੇ ਆਧਾਰ ਤੇ ਵੀ ਜਿੰਨੀ ਉਸ ਹਿਸਾਬ ਨਾਲ ਗੁਣਵੰਤਾ ਦੇ ਹਿਸਾਬ ਨਾਲ ਜਿਹੜੀ ਕੀਮਤ ਲਈ ਜਾਂਦੀ ਹੈ। ਪ੍ਰਾਈਸ ਪਹਿਲਾਂ ਦੱਸਿਆ ਜਾਂਦਾ ਉਹਦਾ। ਬਿਲਕੁਲ ਬਿਲਕੁਲ। ਹਾਂ, ਇਹ ਨਹੀਂ ਵੀ ਬੰਦੇ ਨੂੰ ਪਤਾ ਨਾ ਹੋਵੇ ਵੀ ਕੀ ਭਾਅ ਵਿਕੂਗਾ, ਪਹਿਲੇ ਦਿਨ ਪਤਾ ਹੁੰਦਾ। ਜਦੋਂ ਮਤਲਬ ਬੀਜ ਲਾ ਕੇ ਉਹਨਾਂ ਨੇ ਉਗਾਉਣਾਗਾ ਉਸ ਪੂਰਾ ਉਹਨਾਂ ਨਾਲ ਕੰਟਰੈਕਟ ਕੀਤਾ ਜੀ। ਚੀਜ਼ ਮਤਲਬ ਉਹ ਦੱਸੀ ਜਾਂਦੀ ਹੈ। ਬਿਲਕੁਲ ਬਿਲਕੁਲ। ਕਿਸੇ ਵੀ ਮਤਲਬ ਭਰਮ ਦੇ ਵਿੱਚ ਨਹੀਂ ਰੱਖਿਆ ਜਾਊਗਾ। ਤੁਸੀਂ ਬਕਾਇਦਾ ਤੌਰ ਤੇ ਇਹਨਾਂ ਨੂੰ ਮਿਲੋ, ਪੂਰੀ ਜਾਣਕਾਰੀ ਦਿੱਤੀ ਜਾਊਗੀ ਕਿ ਕਿਸ ਤਰ੍ਹਾਂ ਤੁਸੀਂ ਜਿਹੜੇ ਬੀਜ ਉਗਾਉਣੇ ਨੇ, ਕਿਸ ਮਹੀਨੇ ਦੇ ਵਿੱਚ ਬੀਜ ਲੱਗਣਗੇ ਤੇ ਕਿਵੇਂ ਇਹਨਾਂ ਦੀ ਖਰੀਦ ਹੋਊਗੀ, ਸਾਰਾ ਜੋ ਇਹਨਾਂ ਵੱਲੋਂ ਦੱਸਿਆ ਜਾਊਗਾ। ਸੋ ਸਾਡੀ ਨੌਜਵਾਨਾਂ ਨੂੰ ਇਹੀ ਅਪੀਲ ਹੈ ਕਿ ਜੋ ਵੱਡੀ ਮਾਤਰਾ ਦੇ ਵਿੱਚ ਨੌਜਵਾਨਾਂ ਨੇ ਰੁੱਖ ਫੜਿਆ ਕਿ ਵਿਦੇਸ਼ਾਂ ਨੂੰ ਜਾ ਰਹੇ ਨੇ, ਉਹ ਇੱਥੇ ਰਹਿ ਕੇ ਵੀ ਆਪਣਾ ਕੰਮ ਕਰ ਸਕਦੇ ਨੇ। ਸਾਡੀ ਧਰਤੀ ਇੰਨੀ ਕੁ ਜ਼ਰਖੇਜ਼ ਹੈ ਕਿ ਸਾਨੂੰ ਆਪਣੀ ਕਾਬਲੀਅਤ, ਆਪਣੀ ਆਮਦਨ ਦਾ ਸਾਡੇ ਸਾਧਨ ਬਣ ਸਕਦੀ ਹੈ। ਸੋ ਨੌਜਵਾਨਾਂ ਨੂੰ ਅਸੀਂ ਇਹੀ ਪ੍ਰੇਰਿਤ ਕਰਾਂਗੇ ਕਿ ਇਹਨਾਂ ਨਾਲ ਜ਼ਰੂਰ ਸੰਪਰਕ ਕੀਤਾ ਜਾਵੇ। ਮੈਂ ਇੱਕ ਵਾਰੀ ਫਿਰ ਦੱਸ ਦਿਆਂ ਕਿ ਇਹ ਪਿੰਡ ਧੂਰੀ ਦੇ ਲਾਗੇ ਪੈ ਰਿਹਾ ਗਾ, ਮਲੇਰਕੋਟਲਾ ਧੂਰੀ ਦੇ ਵਿਚਕਾਰ ਪਿੰਡ। ਨਹੀਂ, ਇਹ ਮਲੇਰਕੋਟਲਾ ਨਾਭਾ ਰੋਡ ਦੇ ਉੱਪਰ ਹੈ। ਠੀਕ ਹੈ। ਮਲੇਰਕੋਟਲਾ ਨਾਭਾ ਰੋਡ ਦੇ ਉੱਪਰ ਅਮਰਗੜ੍ਹ ਤੋਂ 2 ਕਿਲੋਮੀਟਰ ਲਾਂਗੜੀਆਂ ਪਿੰਡ ਹੈ। ਜਦੋਂ ਆਪਾਂ ਮਲੇਰਕੋਟਲਾ ਤੋਂ ਨਾਭਾ ਰੋਡ ਤੇ ਜਾਵਾਂਗੇ ਤਾਂ ਅਮਰਗੜ੍ਹ ਦੇ ਕੋਲ ਲਾਂਗੜੀਆਂ ਪਿੰਡ ਹੈ। ਉੱਥੇ ਜੋ ਇਹ ਬਹੁਤ ਵੱਡੀ ਮਾਤਰਾ ਵਿੱਚ ਫਾਰਮ ਬਣਾਇਆ ਗਿਆ ਹੈ। ਤੁਹਾਨੂੰ ਰੋਡ ਦੇ ਉੱਪਰ ਹੀ ਜਿਹੜਾ ਬੋਰਡ ਵੀ ਲੱਗਿਆ ਹੋਇਆ ਦਿਖੂਗਾ ਕਿ ਤੁਸੀਂ ਫਾਰਮ ਦੇ ਵਿੱਚ ਸੰਪਰਕ ਕਰ ਸਕਦੇ ਹੋ, ਸਰਦਾਰ ਸਾਹਿਬ ਨਾਲ ਸੰਪਰਕ ਕਰ ਸਕਦੇ ਹੋ। ਔਰ ਜ਼ਰੂਰ ਇੱਕ ਵਾਰੀ ਇੱਥੇ ਵਿਜ਼ਿਟ ਕਰੋ, ਸੰਪਰਕ ਕਰੋ, ਇਹਨਾਂ ਤੋਂ ਇਹ ਚੀਜ਼ ਦੀ ਜਾਣਕਾਰੀ ਲਓ। ਹੋਰ ਕੋਈ ਸਾਡੇ ਸਰੋਤਿਆਂ ਨੂੰ ਮੈਨੇਜਰਾਂ ਨੂੰ ਦੋਵਾਂ ਦੇ ਨੰਬਰ ਵੀ ਦੇ ਦੇਣਾ ਮੈਂ, ਤਾਂ ਕਿ 92 166 04100 92 166 04900 ਬਿਲਕੁਲ ਇਹਨਾਂ ਨੰਬਰਾਂ ਤੇ ਕੰਟੈਕਟ ਕਰ ਸਕਦੇ ਹੋ। ਤੁਸੀਂ ਇਹਨਾਂ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਸੰਪਰਕ ਕਰਨ ਤੋਂ ਬਾਅਦ ਇਹਨਾਂ ਨੂੰ ਮਿਲ ਸਕਦੇ ਹੋ, ਇੱਥੋਂ ਜਾਣਕਾਰੀ ਲੈ ਸਕਦੇ ਹੋ। ਕੋਈ ਹੋਰ ਤੁਸੀਂ ਸਾਡੇ ਸਰੋਤਿਆਂ ਨੂੰ ਜਾਂ ਨੌਜਵਾਨਾਂ ਨੂੰ ਕੀ ਕਹਿਣਾ ਚਾਹੋ? ਮੈਂ ਇਹ ਕਹਾਂਗਾ ਪੰਜਾਬ ਦੇ ਨੌਜਵਾਨਾਂ ਨੂੰ
ਆਪਣਾ ਸਾਰਾ ਪ੍ਰੋਗਰਾਮ ਬਦਲ ਕੇ ਰਾਦਰ ਗਵਰਨਮੈਂਟ ਦੀਆਂ ਚੀਜ਼ਾਂ ਬਣੀ ਨੂੰ ਦੇਖ ਕੇ ਵੀ ਪਤਾ ਨਹੀਂ ਕੀ ਕਰੂ ਕੀ ਨਾ ਕਰੂ, ਮਿਹਨਤ ਦੁਬਾਰਾ ਤੋਂ ਸ਼ੁਰੂ ਕਰਨੀ ਪੈਣੀ ਹੈ ਕਿਉਂਕਿ ਜ਼ਮੀਨਾਂ ਦੀਆਂ ਜਿਹੜੀਆਂ ਸਾਈਜ਼ ਵੀ ਘਟ ਗਏ ਨੇ ਤੇ ਜ਼ਮੀਨਾਂ ਦੇ ਠੇਕੇ ਵੀ ਘਟ ਗਏ ਨੇ। ਸਾਰੇ ਮੈਂ ਕਹੂੰਗਾ ਆਪ ਕਰਕੇ ਪ੍ਰੋਗਰਾਮ ਆਪ ਮਿਹਨਤ ਕਰਕੇ ਤੁਸੀਂ ਦੂਜੀਆਂ ਨਵੀਆਂ ਫਸਲਾਂ ਬੰਨੀ ਨੂੰ ਆਓ ਤੇ ਪੰਜਾਬ ਦਾ ਭਲਾ ਕਰੋ, ਆਪਦਾ ਵੀ ਭਲਾ ਕਰੋ। ਇਹਦੇ ਨਾਲ ਤੁਹਾਨੂੰ ਮਿਹਨਤ ਕਰਨੀ ਪਏਗੀ, ਆਲਸ ਛੱਡਣੀ ਪਏਗੀ। ਜਦੋਂ ਤੁਸੀਂ ਆਲਸ ਛੱਡ ਦਿਓਗੇ, ਮਿਹਨਤ ਕਰਨ ਲੱਗ ਜਾਓਗੇ, ਕੋਈ ਚੀਜ਼ ਨਹੀਂ ਜਿਹੜੀ ਤੁਹਾਨੂੰ ਹਰਾ ਸਕਦੀ ਹੋਵੇ। ਨਵੇਂ ਸਿਸਟਮ ਆ ਰਹੇ ਨੇ ਹੁਣ। ਮੈਂ ਪੰਜਾਬ ਗੌਰਮੈਂਟ ਦੀ ਇੱਕ ਕਮੇਟੀ ਦਾ ਚੇਅਰਮੈਨ ਹਾਂ। ਅਸੀਂ ਇੱਕ ਹੋਰ ਵੀ ਕੰਮ ਕਰ ਰਹੇ ਹਾਂ ਵੀ ਪੰਜਾਬ ਦੇ ਵਿੱਚ ਖੇਤੀ ਦੇ ਨਵੇਂ ਢੰਗ ਕੀ ਹੋ ਸਕਦੇ ਨੇ। ਮੈਂ ਉਹਨਾਂ ਦੀ ਉਸ ਨੂੰ ਫਾਈਨਲ ਕਰ ਰਿਹਾ ਹੁਣ। ਉਹ ਢੰਗ ਕੀ ਹੋ ਸਕਦੇ ਨੇ, ਜਿਵੇਂ ਅਸੀਂ ਸੋਚਦੇ ਹਾਂ ਵੀ ਮਸ਼ੀਨਰੀ ਕਿਸੇ ਕੋਲ ਨਾ ਹੋਵੇ। ਜਿਵੇਂ ਊਬਰ ਟੈਕਸੀਆਂ ਚੱਲਦੀਆਂ ਨੇ, ਜੋ ਊਬਰ ਟੈਕਸੀਆਂ ਵਾਂਗੂ ਟਰੈਕਟਰਾਂ ਦੀ ਊਬਰ ਦਾ ਸਿਸਟਮ ਬਣਾ ਦਿੱਤਾ ਜਾਵੇ ਵੀ ਇੱਕ ਬਲਾਕ ਦੇ ਵਿੱਚ, ਤੇ ਉਹਦੇ ਵਿੱਚ ਹਰ ਇੱਕ ਚੀਜ਼ ਦਾ ਭਾਅ ਫਿਕਸ ਹੋਵੇ। ਬੰਦੇ ਨੇ ਕੱਲੀ ਜਿਹੜਾ ਖੇਤੀ ਦਾ ਕੰਮ ਆ ਉਹਦੇ ਵਿੱਚ ਹੋਵੇ ਤੇ ਲੋਕਾਂ ਨੂੰ ਰੋਜ਼ ਨਵੀਆਂ ਮਸ਼ੀਨਾਂ ਲੈ ਕੇ ਕਰਜ਼ੇ ਨਾ ਚੜਾਉਣੇ ਪੈਣ। ਤੇ ਦੂਜਾ, ਜਿਵੇਂ ਜਿਹੜੀਆਂ ਦਵਾਈਆਂ ਵਾਲੇ ਨੇ ਉਹਨਾਂ ਦਾ ਕੰਮ ਖਰਾਬ ਹੈ, ਦਵਾਈਆਂ ਕੌਣ ਗਲਤ ਮਲਤ ਦੇਂਦਾ, ਉਹਦੇ ਤੇ ਯੂਨੀਵਰਸਿਟੀਆਂ ਦੇ ਨਾਲ ਐਪ ਬੇਸਡ ਜਿਹੜੀ ਟੈਕਨੋਲੋਜੀ ਤੇ ਮੈਂ ਜਿਵੇਂ ਐਮਾਜ਼ੋਨ ਤੁਹਾਡੇ ਘਰੇ ਚੀਜ਼ਾਂ ਪਹੁੰਚਾਉਂਦਾ ਹੈ, ਜੋ ਤੁਹਾਡੀਆਂ 500 ਰੁਪਏ ਦੀ ਟੀ-ਸ਼ਰਟ ਪਹੁੰਚਾ ਸਕਦਾ ਹੈ ਤਾਂ ਉਹ ਤੁਹਾਡੇ ਘਰੇ ਇੱਕ ਪੈਸਟੀਸਾਈਡ ਕਿਉਂ ਨਹੀਂ ਪਹੁੰਚਾ ਸਕਦਾ ਜਿਹੜੀ ਕਿ ਗੁਣਵੰਤ ਵਾਲੀ ਹੋਵੇ, ਯੂਨੀਵਰਸਿਟੀ ਦੀ ਰਿਕਮੈਂਡਡ ਹੋਵੇ। ਇਸ ਕਰਕੇ ਇਸ ਟਾਈਪ ਦੇ ਸਿਸਟਮ ਨਾਲ ਮੈਂ ਇੱਕ ਨਵਾਂ ਸਿਸਟਮ ਸ਼ੁਰੂ ਕਰਵਾ ਰਿਹਾ। ਉਹਦੇ ਵਿੱਚ ਫਿਰ ਇੱਕ ਹੋਰ ਹੈਗਾ, ਇੱਕ ਫਗਵਾੜਾ ਗੁੱਡ ਗਰੋਥ ਸਿਸਟਮ ਹੈ। ਉਹ ਫਗਵਾੜੇ ਤੇ ਸਰਦਾਰ ਅਵਤਾਰ ਸਿੰਘ ਉਹਨਾਂ ਨੇ, ਫਗਵਾੜੇ ਦੇ ਕੋਲੇ ਪਿੰਡ ਬਿਰਕਾ ਹੈਗਾ, ਉੱਥੇ ਉਹਨਾਂ ਨੇ ਆਪਣੇ ਐਕਸਪੈਰੀਮੈਂਟ ਤੇ ਕੀਤਾ। 18 ਸਾਲ ਤੋਂ ਕਰ ਰਹੇ ਨੇ। ਉਹ ਬਹੁਤ ਹੀ ਕਾਮਯਾਬ ਸਿਸਟਮ ਲੱਗਿਆ ਮੈਨੂੰ, ਜਿਹਦੇ ਤੇ ਨਾ ਜ਼ਮੀਨ ਦੇ ਵਿੱਚ ਖਾਦ ਪਾਉਣੀ ਪੈਂਦੀ ਹੈ, ਨਾ ਜ਼ਮੀਨ ਦੇ ਵਿੱਚ ਪਾਣੀ ਜਿਹੜਾ ਉਹ ਚੌਥਾ ਹਿੱਸਾ ਕੀ ਮੈਂ ਕਹਿੰਦਾ 6ਵਾਂ 7ਵਾਂ ਹਿੱਸਾ ਹੀ ਲੱਗਦਾ ਹੈ। ਤੁਸੀਂ ਇਹ ਸੋਚ ਲਓ ਵੀ ਗੰਨੇ ਦੇ 1250 ਪਲਾਂਟ ਲੱਗਦੇ ਨੇ 1 ਏਕੜ 'ਚ, ਤੇ ਯੀਲਡ ਜਿਹੜੀ ਆ ਉਹਦੀ ਦੂਜਿਆਂ ਨਾਲੋਂ 1.25 ਗੁਣੀ ਤੇ 1.5 ਗੁਣੀ ਆਉਂਦੀ ਹੈ। ਨਰਮੇ ਦੇ ਜਿਹੜੇ ਨੇ 1250 ਪਲਾਂਟ ਲੱਗਦੇ ਨੇ। ਅੱਛਾ, ਉਹਨਾਂ ਦੇ ਵਿੱਚ ਜਿਹੜੀ ਬਾਕੀ ਜਗ੍ਹਾ ਬਚ ਜਾਂਦੀ ਹੈ ਉਹਦੇ ਵਿੱਚ ਹੋਰ ਚੀਜ਼ਾਂ ਦੀ ਖੇਤੀ ਹੁੰਦੀ ਹੈ। ਤੇ ਇਹ ਉਸ ਟਾਈਪ ਦੇ ਨਵੇਂ ਸਿਸਟਮ ਕੱਢ ਰਹੇ ਹਾਂ ਅਸੀਂ, ਤਾਂ ਕਿ ਨਵੇਂ ਸਿਸਟਮ ਲਾ ਕੇ ਲੋਕਾਂ ਦੀ ਖੇਤੀ ਨੂੰ ਫਿਰ ਦੁਬਾਰਾ ਤੋਂ ਲਾਹੇਵੰਦ ਬਣਾ ਦੇ। ਬਿਲਕੁਲ ਜੀ, ਬਹੁਤ ਚੰਗੇ ਵਿਚਾਰ ਨੇ ਨਾ। ਇਹ ਗੱਲ ਬਹੁਤ ਚੰਗੀ ਲੱਗੀ ਕਿ ਹਰ ਬੰਦਾ ਜਿਹੜਾ ਸੰਦ ਖਰੀਦਣ ਦੀ ਸਮਰੱਥਾ ਨਹੀਂ ਰੱਖਦਾ। ਇਹਨਾਂ ਦਾ ਇਹ ਸੁਝਾਅ ਹੈ ਕਿ ਇਸ ਤਰ੍ਹਾਂ ਹੋਣਾ ਚਾਹੀਦਾ ਸਿਸਟਮ ਕਿ ਬੰਦਾ ਹਾਇਰ ਕਰ ਲਵੇ, ਮੈਸੇਜ ਕਰੇ, ਉਹਨੂੰ ਸੰਦ ਉਹਦੇ ਖੇਤ ਦੇ ਵਿੱਚ ਪਹੁੰਚਿਆ ਜਾਵੇ। ਔਰ ਜੇ ਕਿਸੇ ਨੇ ਪੈਸਟੀਸਾਈਡ ਲੈਣੀ ਹੈ, ਦਵਾਈ ਲੈਣੀ ਹੈ, ਤਾਂ ਉਹ ਡੀਲਰਾਂ ਦੇ ਵਿੱਚ ਨਾ ਫਸੇ, ਡਾਇਰੈਕਟ ਕੰਪਨੀ ਨਾਲ ਉਹਦਾ ਟਾਈ ਅਪ ਹੋਵੇ, ਕੰਪਨੀ ਨੂੰ ਮੈਸੇਜ ਕਰੇ ਔਰ ਸਿੱਧੀ ਹੋਮ ਡਿਲੀਵਰੀ ਉਹਦੇ ਘਰ ਦੇ ਵਿੱਚ ਹੋਵੇ। ਬੜੇ ਚੰਗੇ ਖਿਆਲ ਨੇ ਇਹਨਾਂ ਦੇ। ਸੋ ਇੱਕ ਸਵਾਲ ਸਾਡੇ ਹੋਰ ਜ਼ਹਿਨ ਦੇ ਵਿੱਚ ਆ ਰਿਹਾ ਹੈ ਕਿ ਜਿਸ ਤਰ੍ਹਾਂ ਹੁਣ ਕਿਸਾਨੀ ਸੰਘਰਸ਼ ਚੱਲ ਰਿਹਾ, ਜ਼ਮੀਨਾਂ 'ਤੇ ਤਾਂ ਪਹਿਲਾਂ ਹੀ ਖਤਰਾ ਕਿ ਕਾਰਪੋਰੇਟ ਘਰਾਣੇ ਦੇ ਹੱਥਾਂ 'ਚ ਚੱਲ ਜਾਣਗੀਆਂ। ਸੋ ਤੁਹਾਨੂੰ ਇਹ ਚੀਜ਼ ਦਾ ਕੋਈ ਲੱਗਦਾ ਵੀ ਖੇਤੀ ਲਾਹੇਵੰਦ ਧੰਦਾ ਹੋ ਸਕਦੀ ਹੈ ਜਾਂ ਹਲੇ ਕਿਉਂ ਨਹੀਂ ਹੋ ਸਕਦੀ? ਅਸੀਂ ਕਣਕ ਝੋਨਾ ਕਰਕੇ ਥੋੜ੍ਹਾ ਲਾਹੇਵੰਦ ਕਰਨੀ ਹੈ। ਅਸੀਂ ਹੋਰ ਚੀਜ਼ਾਂ ਜਿੱਦਾਂ ਵੀ ਅੱਜ ਹੁਣ ਖਤਰਾ ਮੰਡਰਾ ਰਿਹਾ ਹੈ ਕਿ ਕਾਰਪੋਰੇਟ ਘਰਾਣਿਆਂ ਨੇ ਜੇ ਕਬਜ਼ਾ ਕਰ ਲਿਆ ਜ਼ਮੀਨ, ਕਬਜ਼ਾ ਕਰ ਲੈਣਗੇ। ਉਹ ਇਹਨਾਂ ਦਾ ਬਾਪ ਦਾ ਰਾਜ ਹੈਗਾ। ਆਫਟਰ ਆਲ ਗੌਰਮੈਂਟਾਂ ਨੇ ਮਤਲਬ ਲੋਕ ਰਾਜ ਹੈ, ਇਹ ਕੋਈ ਰਾਜੇ ਦਾ ਰਾਜ ਤਾਂ ਹੈ ਨਹੀਂ ਵੀ ਜਿਹਨੇ ਖੋਲਿਆ। ਇੱਥੇ ਉਹ ਜਿਹੜੀਆਂ ਚੀਜ਼ਾਂ ਤੋਂ ਡਰਨ ਦੀ ਲੋੜ ਹੀ ਨਹੀਂ ਹੈਗੀ ਕਿਸੇ ਨੂੰ। ਉਹ ਠੀਕ ਹੈ, ਬੈਠੇ ਨੇ, ਠੀਕ ਬੈਠੇ ਨੇ ਧਰਨਾ, ਮਤਲਬ ਸਰਕਾਰ ਨਹੀਂ ਸੁਣ ਰਹੀ, ਉਹ ਠੀਕ ਗੱਲ ਨਹੀਂ ਹੈਗੀ। ਸਰਕਾਰ ਨੂੰ ਹੁਣ ਮੋਦੀ ਸਾਹਿਬ 12ਵੀਂ ਦੇ ਪੇਪਰਾਂ ਵਾਸਤੇ ਤਾਂ ਆ ਕੇ ਬੈਠ ਗਏ ਨੇ, ਉਹ ਕਿਸਾਨਾਂ ਦੀ ਮੀਟਿੰਗ ਕਿਉਂ ਨਹੀਂ ਬੈਠੇ? ਇਹ ਗੱਲਾਂ ਸੋਚਣ ਵਾਲੀਆਂ ਨੇ। ਤਾਨਾਸ਼ਾਹ ਰਵੱਈਆ ਨਾ ਸਰਕਾਰ ਦਾ ਜਿਹੜਾ ਰੂਪ ਆ, ਤਾਨਾਸ਼ਾਹ ਰਵੱਈਆ ਹੋ ਚੁੱਕਿਆ, ਉਹ ਵਧੀਆ ਨਹੀਂ ਹੈਗਾ। ਦੂਜੀ ਗੱਲ ਹੈ, ਕਿਸਾਨਾਂ ਨੂੰ ਆਪਦਾ ਜਿਹੜਾ ਸਾਰਾ ਸਿਸਟਮ ਹੈ ਆਪ ਹੀ ਠੀਕ ਕਰਨਾ ਪੈਣਾ। ਇਹ ਕਿਸੇ ਗੌਰਮੈਂਟ ਨੇ, ਕਿਸੇ ਹੋਰ ਬੰਦੇ ਨੇ ਆ ਕੇ ਠੀਕ ਨਹੀਂ ਕਰਨੀ। ਆਪਣੇ ਸਿਸਟਮ ਬਣਾਉਣੇ। ਮੈਂ ਦੁਨੀਆ ਦੇ ਵਿੱਚ ਕਿਤੇ ਵੀ ਫਾਰਮਰਾਂ ਦੀਆਂ ਆਪਦੀਆਂ ਯੂਨੀਅਨਾਂ, ਐਸੋਸੀਏਸ਼ਨਾਂ ਬਣੀਆਂ ਹੋਈਆਂ ਨੇ। ਉਹ ਆਪਦੇ ਸਾਰੇ ਕੰਮ ਆਪ ਹੀ ਕਰਦੇ ਨੇ ਤੇ ਆਪ ਹੀ ਇਕੱਠੇ ਹੋ ਕੇ ਵੇਚਦੇ ਨੇ। ਉਹ ਪੱਕਾ ਕੰਸੋਰਸ਼ੀਅਮ ਬਣਦੇ ਨੇ ਉੱਥੇ, ਉਹਨਾਂ ਨਾਲ ਹੀ ਸਾਰਾ ਕੁਝ ਚੱਲਦਾ ਹੈ। ਤੁਸੀਂ ਕਦੇ ਸੁਣਿਆ ਹੋਵੇਗਾ ਓਨਟਾਰੀਓ ਫਾਰਮਰਸ ਐਸੋਸੀਏਸ਼ਨ, ਉਹ ਕੀ ਕਰਦੇ ਨੇ, ਸਾਰੀ ਕਣਕ ਇਕੱਠੀ ਕਰ ਲਈ, ਇਕੱਠੀ ਕਰਕੇ ਸਾਰੀ ਦੀ ਸਾਰੀ ਇੱਕ ਪੂਲ 'ਚ ਆ ਗਈ ਤੇ ਉਹ ਇਕੱਠੀ ਵੇਚਤੀ। ਇੱਕ ਸੌਦੇ ਬੜੇ ਇੰਟਰਨੈਸ਼ਨਲ ਸੌਦੇ ਕਰਦੇ ਨੇ। ਅਸੀਂ ਪੰਜਾਬ ਦੇ ਲੋਕ ਕਿਉਂ ਨਹੀਂ ਇਕੱਠੇ ਹੋ ਕੇ ਕਰ ਸਕਦੇ? ਇਹ ਉਦਮੀ ਬੰਦੇ ਨਾਲ ਸਾਡੇ ਲੱਗਣੇ ਪੈਣੇ ਨੇ। ਬਹੁਤ ਚੰਗੀ ਗੱਲ ਹੈ ਜੀ। ਇੱਕ ਸਾਡੇ ਨਾ ਕਿਸਾਨਾਂ ਦੇ ਮਨ 'ਚ ਇੱਕ ਹੋਰ ਡਰ ਹੁੰਦਾ ਵੀ ਅਸੀਂ
ਨਰਮੇ ਦੀ ਖੇਤੀ ਵੀ ਕੀਤੀ, ਗੰਨੇ ਦੀ ਵੀ ਖੇਤੀ ਕੀਤੀ, ਅਸੀਂ ਮੂੰਗੀ ਦੀ ਵੀ ਖੇਤੀ ਕਰਦੇ ਹਾਂ ਔਰ ਉਹਦੀ ਕਾਸਤ ਵੀ ਚੰਗੀ ਹੁੰਦੀ ਆ, ਪਰ ਉਹ ਸਾਨੂੰ ਉਹਨਾਂ ਲਾਹਾ ਨਹੀਂ ਮਿਲਦਾ। ਇਹ ਡਰ ਬੜਾ ਸਾਡੇ ਮਨ 'ਚ ਆਉਂਦਾ। ਇਹ ਜਿਹੜੇ ਡਰ ਨੇ ਨਾ, ਇਹ ਜਿਹੜੇ ਵਿਚਾਲੇ ਵਿਚੋਲੀਏ ਬੰਦੇ ਨੇ, ਜਿਨ੍ਹਾਂ ਨੂੰ ਕਹਿ ਸਕਦੇ ਹਾਂ ਜਿਹੜੇ ਮੁਨਾਫਾਖੋਰ ਨੇ, ਉਹਨਾਂ ਨੇ ਕੀਤੇ ਹੋਏ ਨੇ ਕ੍ਰੀਏਟ, ਉਹ ਸਹੀ ਵੀ ਨੇ। ਪਰ ਅਸੀਂ ਵੀ ਤਾਂ ਮਿਹਨਤ ਨਹੀਂ ਕੀਤੀ। ਅਸੀਂ ਆਪਣੀ ਮੂੰਗੀ ਨੂੰ ਹੀ ਸਿੱਟਣ ਕਿਉਂ ਚਲੇ ਜਾਂਦੇ ਹਾਂ? ਜੇ ਉਹ ਲਾਲੇ 1 ਕਿਲੋ ਦੇ ਪੈਕ ਕਰਕੇ ਭੇਜ ਸਕਦੇ ਨੇ, ਤੇ ਅਸੀਂ ਆਪਣੇ ਮੂੰਗੀ ਨੂੰ ਸਾਫ਼ ਸੁਥਰੀ ਕਰਕੇ ਕੁੜਕੜੂ ਕੱਢ ਕੇ 1 ਕਿਲੋ ਦੇ ਪੈਕ ਕਰਕੇ ਆਪਣੀ ਕਿਉਂ ਨਹੀਂ ਵੇਚਣੀ ਸ਼ੁਰੂ ਕਰ ਦਿੰਦੇ? ਅਸੀਂ ਆਪਦੀ ਪ੍ਰੋਡਕਸ਼ਨ ਆਪ ਹਾਂ, ਜਿਹੜੀ ਵੀ ਚੀਜ਼ ਹੈ ਅਸੀਂ ਨਵੀਂ ਚੀਜ਼ ਬਣਾਉਣੀ ਹੈ ਆਪਦੀ ਆਪ। ਸਾਡੇ ਪ੍ਰੋਬਲਮ ਇੱਕ ਇਹ ਹੈ ਵੀ ਸਾਨੂੰ ਮੰਡੀ ਨਹੀਂ ਕਰਨਾ ਗਿਆ, ਸਿਖਾਇਆ ਗਿਆ। ਬਿਲਕੁਲ ਸਾਨੂੰ ਹਰ ਇੱਕ ਚੀਜ਼ ਸੁੱਟਣੀ ਸਿਖਾਈ ਗਈ ਹੈ। ਉਹ ਜਿਵੇਂ ਮਰਜ਼ੀ ਜ਼ਿਮੀਂਦਾਰ ਆਉਂਦਾ, ਉਹ ਕਹਿੰਦਾ ਵੀ ਕੀ ਕਰਨ ਚੱਲਿਆ? ਕਣਕ ਸੁੱਟਣ ਚੱਲਿਆ, ਝੋਨਾ ਸੁੱਟਣ ਚੱਲਿਆ, ਗੰਨਾ ਸੁੱਟਣ ਚੱਲਿਆ। ਕਦੇ ਵੇਚਣ ਵੀ ਜਾਓ। ਬਿਲਕੁਲ। ਵੇਚਣ ਵਾਲੇ ਨਜ਼ਰੀਏ ਨਾਲ ਜਦ ਤੱਕ ਚੀਜ਼ਾਂ ਵੇਚਣ ਵਾਲੇ ਨਜ਼ਰੀਏ ਨਾਲ ਨਹੀਂ ਸਿੱਖਦੇ, ਅਸੀਂ ਪ੍ਰੋਫਿਟ 'ਚ ਨਹੀਂ ਆ ਸਕਦੇ। ਵਪਾਰੀ ਬਣਨਾ ਪੈਣਾ ਕਿਸਾਨ। ਹਾਂਜੀ, ਅਸੀਂ ਪ੍ਰੋਫਿਟ 'ਚ ਨਹੀਂ ਆ ਸਕਦੇ। ਬਹੁਤ ਚੰਗੀਆਂ ਗੱਲਾਂ ਹੋਈਆਂ ਇਹਨਾਂ ਨਾਲ। ਸੋ ਪੂਰਾ ਤੁਹਾਨੂੰ ਜਿਹੜਾ ਫਾਰਮ ਵੀ ਦਿਖਾਇਆ, ਕਿੱਦਾਂ ਬੀਜ ਤਿਆਰ ਹੁੰਦੇ ਆ, ਕਿੱਦਾਂ ਸਾਫ਼ ਸਫਾਈਆਂ ਹੁੰਦੀ ਹੈ, ਕਿੱਦਾਂ ਬੀਜਾਂ ਦੀ ਪੈਕਿੰਗ ਹੁੰਦੀ ਹੈ, ਸਾਰੀ ਤੁਹਾਨੂੰ ਜੋ ਦਿਖਾਇਆ ਸਿਸਟਮ। ਔਰ ਨੌਜਵਾਨਾਂ ਨੂੰ ਮੈਂ ਫਿਰ ਕਹੂੰਗਾ ਕਿ ਅਗਰ ਕੋਈ ਇਹਨਾਂ ਨੂੰ ਸਿਖਲਾਈ ਲੈਣਾ ਚਾਹੁੰਦੇ ਹੋ ਤਾਂ ਅਗਸਤ ਜਾਂ ਸਤੰਬਰ ਦੇ ਮਹੀਨੇ ਦੇ ਵਿੱਚ ਇਹਨਾਂ ਨਾਲ ਸੰਪਰਕ ਕਰੋ। ਇਹਨਾਂ ਨੇ ਨੰਬਰ ਵੀ ਦੱਸਿਆ ਹੈ। ਔਰ ਜ਼ਰੂਰ ਇੱਥੇ ਇੱਕ ਵਾਰੀ ਆਓ, ਸਿਖਲਾਈ ਲਓ ਔਰ ਪ੍ਰੋਪਰ ਤਰੀਕੇ ਨਾਲ ਤੁਹਾਨੂੰ ਗਾਈਡ ਕੀਤਾ ਜਾਊਗਾ। ਤੁਹਾਨੂੰ ਬੀਜਾਂ ਦੀ ਪੂਰੀ ਜਾਣਕਾਰੀ ਦਿੱਤੀ ਜਾਊਗੀ, ਉਹਨਾਂ ਦੀ ਖਰੀਦ ਬਾਰੇ ਤੁਹਾਨੂੰ ਪੂਰਾ ਯਕੀਨੀ ਬਣਾਇਆ ਜਾਊਗਾ। ਤਦ ਤੱਕ ਲਈ ਸਾਡੇ ਨਾਲ ਬਣੇ ਰਹੋ। ਤੁਸੀਂ ਦੇਖਦੇ ਰਹੋ ਕਿ ਬਾਈ ਜੀ ਟੀਵੀ। ਅਸੀਂ ਨਵੀਆਂ ਜਾਣਕਾਰੀਆਂ ਤੁਹਾਡੇ ਨਾਲ ਸਾਂਝੀਆਂ ਕਰਦੇ ਰਹਾਂਗੇ। ਸਾਨੂੰ ਦਿਓ ਇਜਾਜ਼ਤ। ਧੰਨਵਾਦ।